ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਧੂਪ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਜ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ दिवस तीज को जब है बितायो, पुण्य समय पकवान पकायो। करत रहे मिल नर समुदाया, प्रात होत लग पुंज कराया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਲੋਪ ਹੋਣਾ, ਜਿਨ੍ਹਾਂ ਨੇ ਸ਼੍ਰੀ ਗ੍ਰੰਥ ਸਾਹਿਬ ਮਹਾਨ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਬਹਾਨਾ ਬਣਾਇਆ ਅਲੋਪ ਹੋਣ ਦਾ। ਗੁਲਖਾਂ ਪਠਾਨ ਕੋਲੋਂ ਆਪਦੀ ਮਰਜ਼ੀ ਨਾਲ ਖੰਜਰ ਖਾਧਾ, ਫਿਰ ਉਸ ਦੇ ਜ਼ਖਮ ਨੂੰ ਸਿਉਂਤਾ ਗਿਆ ਤੇ ਫਿਰ ਜ਼ਖਮ ਨੂੰ ਕੁਝ ਦਿਨਾਂ ਦੇ ਬਾਅਦ ਆਪ ਜੀ ਨੇ ਆਪ ਹੀ ਇੱਕ 9 ਟੰਕ ਦੇ 2 ਕਮਾਨ ਖਿੱਚ ਕਰਕੇ ਕੁਝ ਵਜ਼ੀਰਾਂ ਜਰਨੈਲਾਂ ਦਾ ਸ਼ੰਕਾ ਦੂਰ ਕਰਦੇ ਹੋਏ ਆਪਣਾ ਜ਼ਖਮ ਫਿਰ ਖੋਲ੍ਹ ਲਿਆ। ਸਿੰਘਾਂ ਨੇ ਕਿਹਾ ਇਸ ਨੂੰ ਮਹਾਰਾਜ ਦੁਬਾਰੇ ਸਿਲਾਈ ਕਰਾਈਏ, ਵੈਦ ਨੂੰ ਸੱਦੀਏ। ਪਾਤਸ਼ਾਹ ਕਹਿੰਦੇ ਨਹੀਂ, ਹੁਣ ਸਾਡਾ ਸਮਾਂ ਆ ਗਿਆ, ਇਹ ਸਾਡਾ ਜਾਣ ਦਾ ਬਹਾਨਾ ਹੈ। ਹੁਣ ਤੁਸੀਂ ਲੰਗਰ ਦੀਆਂ ਤਿਆਰੀਆਂ ਕਰੋ, 100 ਮਣ ਪੱਕੇ ਚੰਦਨ ਦੀ ਲੱਕੜ ਮੰਗਾਓ, ਇਹ ਤਿਆਰੀਆਂ ਕਰੋ, ਜ਼ਖਮ ਠੀਕ ਹੈ ਹੁਣ। ਅਤੇ ਉੱਤੋਂ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਕਹਿੰਦੇ ਜ਼ਖਮ ਦੇ ਕਮਰ ਕੱਸਾ ਬੰਨ੍ਹ ਲਿਆ। ਤਿਆਰੀਆਂ ਕਰਾਉਣ ਲੱਗੇ, ਲੰਗਰ ਦਾ ਰਾਸ਼ਨ ਆ ਗਿਆ ਹੈ, ਬਹੁਤ ਸਾਰਾ ਕੜਾਹ ਪ੍ਰਸ਼ਾਦ ਦੀ ਰਸਮ ਮੰਗਾਉਣੀ ਕੀਤੀ। ਇਹ ਸਾਰੇ ਲੰਗਰ ਤਿਆਰ ਹੋਣ ਲੱਗੇ। ਤੀਜ ਦਾ ਦਿਨ ਟੱਪ ਗਿਆ। ਮੱਸਿਆ ਤੋਂ ਬਾਅਦ ਅਗਲੇ ਜਿਹੜੇ ਦਿਨ ਹਨ ਇਹ ਉਹਨਾਂ ਦੀ ਗੱਲ ਚੱਲ ਰਹੀ ਹੈ। ਇੱਕੋਂ ਦੋਜ ਤੀਜ, ਤੀਜ ਦਾ ਦਿਨ ਬਤੀਤ ਹੋ ਗਿਆ, ਚੌਥਾ ਦਿਨ ਚੜ੍ਹਿਆ ਹੈ ਚੌਥ ਦਾ। ਤਾਂ ਸਿੰਘਾਂ ਨੇ ਸਿੱਖਾਂ ਨੇ ਭਾਵੇਂ ਕਿ ਚੀਜ਼ ਤਾਂ ਨਹੀਂ ਕਰਦਾ ਕਿ ਗੁਰੂ ਸਾਨੂੰ ਵਿਛੋੜਾ ਦੇ ਜਾਣ, ਪਰ ਗੁਰੂ ਦਾ ਹੁਕਮ ਮੰਨਦੇ ਹੋਏ ਸਾਰੇ ਕਾਰਜ ਕਰ ਰਹੇ ਨੇ। ਲੰਗਰ ਪ੍ਰਸ਼ਾਦੇ ਤਿਆਰ ਹੋਣ ਲੱਗੇ। ਗੁਰੂ ਪਿਆਰਿਓ ਕੜਾਹ ਪ੍ਰਸ਼ਾਦ ਤਿਆਰ ਹੋਣ ਲੱਗਿਆ ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਸੱਦੇ ਦਿਓ। ਜੋ ਵੀ ਚਾਰਾਂ ਵਰਨਾਂ ਦੇ ਲੋਕ ਰਿਸ਼ੀ ਮੁਨੀ
ਬ੍ਰਾਹਮਣ ਖੱਤਰੀ ਬ੍ਰਾਹਮਣ ਸੂਦ ਵੈਸ ਜੋ ਵੀ ਹੈ ਸਾਰਿਆਂ ਨੂੰ ਸੱਦਾ ਦਿਓ ਤੇ ਸਭ ਨੂੰ ਖੁੱਲ੍ਹਾ ਲੰਗਰ ਛਕਾਉਣਾ ਕਰੋ। ਉਹ ਲੰਗਰ ਛਕਾ ਰਹੀ ਹੈ ਚੌਥੇ ਦਿਨ, ਚੌਥ ਵਾਲੇ ਦਿਨ ਲੰਗਰ ਛਕਾਇਆ ਗਿਆ। ਆਓ ਇਸ ਕਥਾ ਨੂੰ ਆਰੰਭ ਕਰਕੇ ਸਰਵਣ ਕਰਦੇ ਹਾਂ। ਫਿਰ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਕਰਦੇ ਆ। ਜਿਹੜੇ ਨਾਲ ਸਿੰਘ ਹਨ ਉਹ ਬਰਾਕ ਕਰਦੇ ਆ, ਮਹਾਰਾਜ ਸਾਨੂੰ ਤੁਸੀਂ ਇੱਥੇ ਲਿਆ ਕੇ ਹੁਣ ਵਿਛੋੜਾ ਦੇ ਜਾਓਗੇ, ਸਾਡਾ ਕੀ ਬਣੂਗਾ, ਅਸੀਂ ਕਿੱਧਰ ਜਾਵਾਂਗੇ। ਪਾਤਸ਼ਾਹ ਜੀ ਉਹਨਾਂ ਨੂੰ ਕਿਵੇਂ ਧੀਰਜ ਦਿੰਦੇ ਆ, ਕਿਵੇਂ ਉਹਨਾਂ ਨੂੰ ਉਪਦੇਸ਼ ਦੇ ਕੇ ਦੱਸਦੇ ਆ। ਰਾਣਾ ਰਾਓ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੂ ਆਪਣੀ ਕੋਈ ਨਾ ਬੰਧੈ ਧੀਰ। ਭਾਵੇਂ ਕਿ ਸਾਡੇ ਸਤਿਗੁਰੂ ਕਿਤੇ ਵੀ ਨਹੀਂ ਗਏ, ਮੈਂ ਸਾਡੀਆਂ ਅੱਖਾਂ ਤੋਂ ਓਹਲੇ ਹੋਏ ਆ, ਸਾਡੇ ਵਿੱਚ ਹੀ ਵਿਚਰ ਰਹੇ ਹਨ, ਪਰ ਇੱਕ ਬਹਾਨਾ ਉਹ ਜ਼ਰੂਰ ਬਣਾਇਆ ਜੋ ਅਕਾਲ ਪੁਰਖ ਦਾ ਬਣਾਇਆ, ਉਸ ਨੂੰ ਆਪਣੇ ਉੱਤੇ ਵੀ ਲਾਗੂ ਕੀਤਾ। ਅਲੋਪ ਹੋਣ ਦਾ ਬਹਾਨਾ ਬਣਾਇਆ ਖੰਜਰ ਖਾ ਕਰਕੇ। ਆਓ ਇਸ ਕਥਾ ਨੂੰ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਿਵਸ ਤੀਜ ਕੋ ਜਬੈ ਬਿਤਾਇਓ ਪੁੰਨ ਸਮੈ ਪਕਵਾਨ ਪਕਾਇਓ। ਤੋ ਤੀਜ ਦਾ ਦਿਨ ਬਤੀਤ ਹੋਇਆ ਤੇ ਰਾਤ ਨੂੰ ਫਿਰ ਸਾਰੀ ਰਾਤ ਲੰਗਰੀਆਂ ਨੇ ਸਿੰਘਾਂ ਨੇ ਲੱਗ ਕਰਕੇ ਲੰਗਰ ਪਕਵਾਨ ਤੋਂ ਭਾਵ ਹੁੰਦਾ ਮਠਿਆਈਆਂ, ਮਠਿਆਈ ਜੋ ਵੀ ਉਸ ਵੇਲੇ ਚੱਲਦੀ ਸੀਗੀ, ਲੱਡੂ ਜਲੇਬੀ ਆਦਿ, ਇਹ ਵੀ ਸਤਿਗੁਰਾਂ ਨੇ ਆਪ ਬਣਵਾਈ ਆ। ਇੱਕ ਵੱਡਾ ਜੱਗ ਕੀਤਾ ਹੈ ਪਾਤਸ਼ਾਹ ਜੀ ਨੇ ਅਲੋਪ ਹੋਣ ਤੋਂ ਪਹਿਲਾਂ। ਔਰ ਸਾਰੀ ਰਾਤ ਕਹਿੰਦੇ ਮਠਿਆਈਆਂ ਬਣਦੀਆਂ ਰਹੀਆਂ ਤੇ ਕੋਠਿਆਂ ਵਿੱਚ ਰੱਖਦੇ ਰਹੇ ਜੀ। ਅੰਤ ਰਹੇ ਮਿਲ ਨਰ ਸਮੁਦਾਇਆ ਪ੍ਰਾਤ ਹੋਤ ਲਗ ਪੁੰਜ ਕਰਾਇਆ। ਪੁੰਜ ਦਾ ਮਤਲਬ ਹੁੰਦਾ ਇਕੱਠਾ ਕਰਨਾ, ਭਾਵ ਦਿਨ ਚੜ੍ਹਨ ਤੋਂ ਪਹਿਲਾਂ ਚੌਥ ਵਾਲਾ ਇਹ ਸਾਰੇ ਲੰਗਰ ਮਠਿਆਈਆਂ ਆਦਿ ਤਿਆਰ ਕਰਕੇ ਰੱਖ ਦਿੱਤੀਆਂ ਜੀ। ਸਭ ਹਨ ਕੀਨੋ ਸੋਚ ਸਨਾਨਾ ਤਿਸ ਸਿਨ ਸ੍ਰੀ ਗੁਰ ਹੁਕਮ ਬਖਾਨਾ। ਚੌਥਾ ਦਿਨ ਚੜ੍ਹਿਆ, ਸਾਰਿਆਂ ਨੇ ਇਸ਼ਨਾਨ ਆਦਿ ਕੀਤਾ, ਸਤਿਗੁਰੂ ਪਾਤਸ਼ਾਹ ਜੀ ਵੀ ਤਿਆਰ ਹੋ ਕੇ ਆ ਗਏ ਜੀ। ਚਾਰੋ ਵਰਨ ਜੋ ਆਸ਼ਰਮ ਚਾਰ ਸਭ ਸੋ ਕਹਿ ਦੀਜੈ ਇੱਕ ਵਾਰ। ਔਰ ਸਿੰਘਾਂ ਨੂੰ ਹੁਕਮ ਦਿੱਤਾ ਜਾਓ ਸਾਰਿਆਂ ਨੂੰ ਸੱਦੇ ਦੇ ਦਿਓ ਭਾਈ, ਜੋ ਵੀ ਸਾਡੇ ਨੇੜੇ ਤੇੜੇ ਜਿੱਥੋਂ ਤੱਕ ਸੰਗਤ ਵਸਦੀ ਹੈ, ਜਨਤਾ ਵਸਦੀ ਹੈ, ਸਾਰਿਆਂ ਨੂੰ ਇੱਥੇ ਸਤਿਗੁਰੂ ਵਰਨ ਆਸ਼ਰਮ ਦੇ ਚੱਕਰ ਵਿੱਚ ਨਹੀਂ ਪੈਂਦੇਗੇ। ਭਾਈ ਸਾਹਿਬ ਨੇ ਲਿਖ ਦਿੱਤਾ ਹੈ, ਮਤਲਬ ਇਹਦਾ ਹੈ ਕਿ ਸਾਰਿਆਂ ਨੂੰ ਸੱਦਿਆ ਜਾਵੇ। ਇੱਥੇ ਕੋਈ ਊਚ ਨੀਚ ਜਾਤ ਪਾਤ ਨਹੀਂ ਹੈ, ਇਹ ਜੱਗ ਹੈ, ਇੱਕ ਲੰਗਰ ਹੈ ਵੱਡਾ। ਪੁਰਾਣੇ ਸਮਿਆਂ 'ਚ ਇਹਨੂੰ ਜੱਗ ਤੇ ਬ੍ਰਹਮ ਭੋਜ ਕਿਹਾ ਕਰਦੇ ਸੀ। ਇਸ ਕਰਕੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਸਾਧੂਆਂ ਨੂੰ, ਜੋਗੀਆਂ ਨੂੰ, ਬ੍ਰਾਹਮਣਾਂ ਨੂੰ, ਖੱਤਰੀਆਂ ਨੂੰ, ਨੀਚ ਊਚ ਸਭ ਨੂੰ ਸੱਦਿਆ ਜਾਵੇ ਤੇ ਲੰਗਰ ਛਕਾਇਆ ਜਾਵੇ ਜੀ। ਚਾਰੋਂ ਵਰਨ ਜੋ ਆਸ਼ਰਮ ਚਾਰ ਸਭ ਸੋ ਕਹਿ ਦੀਜੈ ਇੱਕ ਵਾਰ। ਔਰ ਇੱਕ ਵਾਰੀ ਸਾਰਿਆਂ ਨੂੰ ਸੱਦਾ ਦੇ ਦਿਓ ਵੀ ਗੁਰੂ ਸਾਹਿਬ ਵੱਲੋਂ ਵੱਡਾ ਜੱਗ ਕੀਤਾ ਗਿਆ ਤੇ ਆ ਕੇ ਛਕਣਾ ਕਰੋ। ਕਰੋ ਅਕਾਰਨ ਦੇਹੋ ਬਿਠਾਏ ਦੇਰ ਨ ਕੀਜੈ ਅਸਨ ਚਾਏ। ਦੇਹੋ ਬਿਠਾਈ ਦਾ ਮਤਲਬ ਜਲਦੀ ਪੰਗਤਾਂ ਲਵਾਓ ਤੇ ਜੋ ਬਣਿਆ ਪਿਆ ਛਕਾਉਣਾ ਸ਼ੁਰੂ ਕਰੋ। ਸੁਨ ਗੁਰ ਹੁਕਮ ਪੁੰਜ ਨਰ ਧਾਏ ਜਾਏ ਸਭਨ ਕੋ ਸਰੂਨ ਸੁਨਾਏ। ਮੇਰੇ ਪ੍ਰੀਤਮ ਦਾ ਹੁਕਮ ਸੁਣਦਿਆਂ ਹੀ ਪੁੰਜ ਨਰ ਭਾਵ ਬਹੁਤ ਸਾਰੇ ਸਿੰਘ, ਪੁੰਜ ਦਾ ਮਤਲਬ ਹੁੰਦਾ ਇਕੱਠ, ਭਾਵ ਬਹੁਤ ਸਾਰੇ ਸਿੰਘ ਸਾਰੇ ਪਾਸੇ ਫੈਲ ਗਏ ਤੇ ਜਾ ਕੇ ਸਾਰਿਆਂ ਨੂੰ ਸੱਦੇ ਦੇ ਰਹੇ ਹਨ। ਅਚਨ ਆਹਾਰ ਜਗ ਕੋ ਆਵਹੋ ਲਖੋ ਤਿਆਰ ਨਹਿ ਬਿਲਮੋ ਲਗਾ ਲਹੋ। ਉਹ ਭਾਈ ਸਿੱਖੋ, ਉਹ ਭਾਈ ਸ੍ਰਿਸ਼ਟੀ ਵਾਲੇ ਲੋਕੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਹੁਤ ਵੱਡਾ ਜੱਗ ਕੀਤਾ ਨਾਂਦੇੜ ਸਾਹਿਬ ਵਿਖੇ ਤੇ ਸਾਰੇ ਆ ਕੇ ਛਕਣਾ ਕਰੋ। ਤਿਆਰੀ ਹੈ, ਲੰਗਰ ਤਿਆਰ ਹੈ ਔਰ ਆ ਜਾਓ। ਸੁਨ ਸੁਨ ਸਾਧ ਫਕੀਰ ਅਤੀਤ ਦਿਜ ਆਦਿਕ ਆਏ ਧਰ ਪ੍ਰੀਤ। ਤੋ ਜਿਨ੍ਹਾਂ ਜਿਨ੍ਹਾਂ ਦੇ ਵੀ ਕੰਨ ਵਿੱਚ ਆਵਾਜ਼ ਪਈ ਤੇ ਗੁਰੂ ਪਿਆਰੋ ਸਾਰੇ ਉਸੇ ਵੇਲੇ ਰਿਸ਼ੀ ਮੁਨੀ ਸਾਧੂ ਜੋਗੀ ਬ੍ਰਾਹਮਣ ਖੱਤਰੀ ਸਭ ਆ ਰਹੇ ਹਨ। ਗੁਰ ਘਰ ਕੋ ਨਕਾ ਜੋ ਖਾਏ ਪਾਵਕ ਤਨ ਮਨ ਤੇ ਹੋਏ ਜਾਏ। ਔਰ ਭਰੋਸਾ ਸ਼ਰਧਾ ਭਾਵਨਾ ਚਲੋ ਗੁਰੂ ਘਰ ਦਾ ਕਿਣਕਾ ਮਿਲੇਗਾ, ਸਾਡਾ ਵੀ ਭਲਾ ਹੋ ਜਾਵੇਗਾ। ਤੇ ਗੁਰੂ ਪਿਆਰਿਓ, ਜਿਹੜਾ ਆਪਾਂ ਲੰਗਰ ਤਿਆਰ ਕਰਦੇ ਆ ਨਾ, ਰਾਸ਼ਨ ਤਿਆਰ ਕਰਦੇ ਆ, ਸਾਰੇ ਹੀ ਲਿਆ ਕੇ ਵਿੱਚ ਆਪਾਂ
ਤਿਲ ਫੁੱਲ ਪਾਉਂਦੇ ਹਾਂ। ਔਰ ਇਸ ਲੰਗਰ ਦੇ ਵਿੱਚ, ਇਸ ਰਾਸ਼ਨ ਦੇ ਵਿੱਚ ਕਿਸੇ ਭਜਨ ਬੰਦਗੀ ਵਾਲੇ ਦਾ ਵੀ ਵਿੱਚ ਕਿਲਕਾ ਪੈ ਜਾਂਦਾ ਆ ਕੇ, ਜਿਹੜਾ ਬਹੁਤ ਆਪਣੇ ਘਰੇ ਤਪੱਸਿਆ ਭਜਨ ਬੰਦਗੀ ਗੁਰਬਾਣੀ ਪੜ੍ਹਦਾ ਹੋਵੇਗਾ, ਉਹ ਵੀ ਲਿਆ ਕੇ ਵਿੱਚ ਪਾ ਦਿੰਦਾ। ਇਹਦੇ ਨਾਲ ਸਾਰੇ ਰਾਸ਼ਨ ਦੇ ਵਿੱਚ ਉਹਦਾ ਵੀ ਲੰਗਰ ਪੈ ਜਾਂਦਾ। ਅਤੇ ਉਹ ਜੇ ਕਿਣਕਾ ਜਿਸ ਦੇ ਭਾਗਾਂ ਵਿੱਚ ਹੋਇਆ ਅਤੇ ਜਿਹਨੂੰ ਉਹ ਭੋਜਨ ਮਿਲ ਗਿਆ ਨਾ, ਉਹਦਾ ਜੀਵਨ ਸਫਲਾ ਹੋ ਜਾਣਾ। ਇਸ ਕਰਕੇ ਗੁਰੂ ਕੇ ਲੰਗਰ ਦੀ ਇਹ ਮਹਾਨਤਾ ਹੈ ਕਿ ਇਸ ਨੂੰ ਸ਼ਰਧਾ ਨਾਲ ਛਕਿਆ ਜਾਵੇ, ਭਾਵਨਾ ਨਾਲ ਛਕਿਆ ਜਾਵੇ, ਪ੍ਰਸ਼ਾਦ ਸਮਝ ਕੇ ਛਕਿਆ ਜਾਵੇ ਤਾਂ ਇਹ ਪ੍ਰਸ਼ਾਦ ਦਾ ਕਾਰਜ ਕਰਦਾ ਹੈ। ਪ੍ਰਸ਼ਾਦ ਮਤਲਬ ਕਿਰਪਾ ਕਰਦਾ ਹੈ। ਤਾਂ ਸਾਰਿਆਂ ਨੇ ਬੜੀ ਭਾਵਨਾ ਦੇ ਨਾਲ ਪਹੁੰਚਣਾ ਕੀਤਾ ਹੈ ਹਜ਼ੂਰ ਸਾਹਿਬ ਨੰਦੇੜ ਵਿਖੇ। ਏਮ ਮਨ ਜਾਏ ਵਰਨ ਜੇ ਚਾਰ, ਆਸ਼ਰਮ ਚਾਰੋਂ ਕਰਨ ਆਹਾਰ। ਇਸ ਤਰ੍ਹਾਂ ਗੁਰੂ ਪਿਆਰਿਓ, ਜਿਨ੍ਹਾਂ ਜਿਨ੍ਹਾਂ ਨੇ ਇਹ ਬਚਨ ਸੁਣੇ ਸਾਰਿਆਂ ਨੇ ਪਹੁੰਚਣਾ ਕੀਤਾ ਹੈ ਜੀ। ਅਪਰ ਭੇਖ ਧਾਰੀ ਸਭ ਆਏ, ਅਬਚਲ ਨਗਰ ਭੀੜ ਸਮੁਦਾਏ। ਬਹੁਤ ਭੀੜ ਹੋ ਰਹੀ ਹੈ। ਹੋਰ ਭੇਖ ਧਾਰੀ ਭਾਵ ਦਾ ਮਤਲਬ ਹੈ ਕਿ ਤਰ੍ਹਾਂ ਤਰ੍ਹਾਂ ਦੇ ਸਾਧੂ ਦੁਨੀਆ ਵਿੱਚ ਹਨ ਤੇ ਸਾਰਿਆਂ ਨੂੰ ਸੱਦਾ ਦਿੱਤਾ ਹੈ। ਸਰਾਵਕ ਸੁਧ ਸਮੂਹ ਸਿਧਾਨ ਕੈ, ਦੇਖ ਫਿਰਿਓ ਕਰ ਜੋਗ ਜਤੀ ਕੇ। ਗੁਰੂ ਨਾਨਕ ਦਾ ਘਰ 4 ਗੇਟ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਦੇ 5ਵੇਂ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹ ਸਾਰਿਆਂ ਦਾ ਸਾਂਝਾ ਹੈ, ਇੱਥੇ ਸਾਰੇ ਆ ਸਕਦੇ ਆ। ਹਿੰਦੂ ਮੱਤ ਵਾਲੇ ਪਾਸੇ ਮੰਦਿਰਾਂ ਵਿੱਚ ਮੁਸਲਮਾਨ ਨਹੀਂ ਜਾਂਦੇ, ਮੁਸਲਮਾਨਾਂ ਦੀ ਮਸੀਤ ਵਿੱਚ ਹਿੰਦੂ ਨਹੀਂ ਜਾਂਦੇ, ਔਰ ਮਸੀਤ ਵਿੱਚ ਉੱਥੇ ਇਸਤਰੀ ਨੂੰ ਜਾਣ ਦਾ ਹੁਕਮ ਨਹੀਂ ਹੈ। ਇਸ ਕਰਕੇ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਇੱਥੇ ਸਾਰੇ ਹੀ ਆਓ। ਜੋ ਵੀ ਹੈ ਇਹ ਅਕਾਲ ਪੁਰਖ ਦਾ ਘਰ ਹੈ, ਇਹ ਰੱਬ ਦਾ ਘਰ ਹੈ, ਇਹ ਸਭ ਦਾ ਸਾਂਝਾ ਘਰ ਹੈ। ਅਤੇ ਗੁਰੂ ਪਿਆਰਿਓ, ਆਪ ਜੀ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹੋਗੇ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਵਿੱਚ ਜਾਂਦੇ ਹੋ, ਅਤੇ ਫਿਰ ਉੱਥੋਂ ਦਾ ਵਾਤਾਵਰਨ ਅਤੇ ਉੱਥੋਂ ਦੀਆਂ ਵਡਿਆਈਆਂ ਮੈਂ ਕਹਿ ਨਹੀਂ ਸਕਦਾ ਗਾ। ਇਉਂ ਲੱਗਦਾ ਹੈ ਕਿ ਅਕਾਲ ਪੁਰਖ ਦਾ ਸੱਚਖੰਡ ਹੀ ਦੁਨੀਆ ਵਿੱਚ ਉਤਾਰਿਆ ਹੋਇਆ, ਪਰਮੇਸ਼ਰ ਦਾ ਘਰ ਹੀ ਦੁਨੀਆ ਵਿੱਚ ਉਤਰਿਆ ਹੋਇਆ। ਕਿਤਨੀ ਦੁਨੀਆ ਉੱਥੇ ਲੰਗਰ ਛਕਦੀ ਹੈ, ਸੁਬਾਹ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਲੰਗਰ ਚੱਲਦਾ ਗੁਰੂ ਪਿਆਰਿਓ। ਅਤੇ ਇੱਕ 20 ਮਿੰਟਾਂ ਦੇ ਵਿੱਚ 4-5 ਹਜ਼ਾਰ ਬੰਦਾ ਲੰਗਰ ਛਕ ਕੇ ਚਲਿਆ ਜਾਂਦਾ। ਅਤੇ ਉਹਨਾਂ ਦੇ ਵਿੱਚ ਰੰਗ ਬਰੰਗੇ ਬਾਂਕੇ ਬੰਗਾਲੀ ਹੈ ਕਿ ਦਿੱਲੀ ਕੇ ਦਿਲਵਾਲੀ ਹੈ, ਸਭ ਤੇਰੀ ਆਗਿਆ ਮੈਂ ਚਲਤਾ ਹੈ। ਹਰੇਕ ਉੱਥੇ ਪਹੁੰਚਦਾ ਅਤੇ ਸਭ ਨੂੰ ਬੜੇ ਪਿਆਰ ਭਾਵਨਾ ਨਾਲ ਲੰਗਰ ਛਕਾਇਆ ਜਾਂਦਾ ਹੈ। ਇਹ ਗੁਰੂ ਨਾਨਕ ਦਾ ਘਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਸਾਰਿਆਂ ਨੂੰ ਸੱਦਿਆ ਜਾਵੇ। ਸਾਰੇ ਤਰ੍ਹਾਂ ਦੇ ਭੇਖ ਧਾਰੀ ਲੋਕ, ਸਾਧੂ, ਜੋਗੀ, ਗੁਰੂ ਪਿਆਰਿਓ, ਖੱਤਰੀ, ਬ੍ਰਾਹਮਣ ਸਭ ਪਹੁੰਚ ਗਏ। ਇੱਕ ਦਲ ਸੈਂਕ ਆਵੇ ਚੱਲੇ, ਇੱਕ ਬੈਠੇ ਪੰਕਤ ਕਰ ਭੱਲੇ। ਔਰ ਕੋਈ ਭਾਵਨਾ ਵਾਲਾ ਦਰਸ਼ਨ ਕਰ ਰਿਹਾ, ਕਈ ਇਹ ਸੋਚ ਰਹੇ ਆ ਯਾਰ ਇਹ ਫਿਰ ਦਰਸ਼ਨ ਨਹੀਂ ਹੋਣੇ, ਚਲੋ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਕੋਈ ਗੁਰੂ ਪਿਆਰੋ ਲੰਗਰ ਪਾਸੇ ਜਾ ਰਿਹਾ ਹੈ, ਪੰਗਤ ਵਿੱਚ ਬੈਠ ਕੇ ਛਕਣ ਦੇ ਲਈ ਤਿਆਰ ਹੈ, ਅਤੇ ਕੋਈ ਛਕ ਕੇ ਜਾ ਰਿਹਾ ਅਤੇ ਕੋਈ ਆ ਰਿਹਾ। ਇਉਂ ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਭਾਵ ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਬੜੀ ਭੀੜ ਹੋਣ ਲੱਗੀ ਜੀ। ਦੋਹਰਾ ਵਰਨ ਆਸ਼ਰਮ ਕੀ ਪੰਕਤਾ, ਪ੍ਰਿਥਕ ਪ੍ਰਿਥਕ ਬੈਠਾਏ। ਔਰ ਵਰਨ ਆਸ਼ਰਮ ਲਿਖਣ ਦਾ ਮਤਲਬ ਇੱਥੇ ਇਹ ਨਹੀਂ ਹੈ ਕਿ ਅਲੱਗ-ਅਲੱਗ ਪੰਗਤਾਂ ਲਵਾਈਆਂ। ਆਪ ਜੀ ਵੇਖਦੇ ਹੋ ਜਦ ਲੰਗਰ ਚੱਲਦਾ ਹੈ ਕਿਸੇ ਵੀ ਗੁਰੂ ਘਰ ਦੇ ਵਿੱਚ, ਤੇ ਇੱਥੇ ਇਹ ਨਹੀਂ ਪੁੱਛਿਆ ਜਾਂਦਾ ਤੂੰ ਨੀਚ ਹੈ ਕਿ ਉੱਚ ਹੈ, ਕਹੋ ਸਤਨਾਮ। ਇਹ ਬ੍ਰਾਹਮਣਾਂ ਦੀ ਮੱਤ ਸੀਗੀ। ਬ੍ਰਾਹਮਣਾਂ ਨੂੰ ਇੱਕ ਪਾਸੇ ਬਿਠਾਓ ਜੀ, ਖੱਤਰੀਆਂ ਨੂੰ ਇੱਕ ਪਾਸੇ ਬਿਠਾਓ, ਸ਼ੂਦਰਾਂ ਨੂੰ ਇੱਕ ਪਾਸੇ ਬਿਠਾਓ। ਪਰ ਗੁਰੂ ਸਾਹਿਬ ਨੇ ਸਭ ਕੁਝ ਖਤਮ ਕੀਤਾ, ਸਾਨੂੰ ਇੱਕ ਝੰਡੇ ਥੱਲੇ ਲਿਆ ਕੇ, ਕਹੋ ਸਤਨਾਮ ਸ੍ਰੀ। ਸਾਰਿਆਂ ਦਾ ਸਾਂਝਾ ਘਰ ਹੈ। ਖੱਤਰੀ, ਬ੍ਰਾਹਮਣ, ਸੂਦ ਵੈਸ਼ ਉਪਦੇਸ਼ 4 ਵਰਨਾਂ ਕੋ ਸਾਂਝਾ। ਗੁਰੂ ਨਾਨਕ ਦਾ ਉਪਦੇਸ਼ ਵੀ ਸਾਰਿਆਂ ਵਾਸਤੇ ਹੈ। ਹਾਲਾਂਕਿ ਬ੍ਰਾਹਮਣੀ ਮੱਤ ਵਿੱਚ ਜਨੇਊ ਦਾ ਵੀ ਫਰਕ ਹੈ। ਜਿਹੜਾ ਬ੍ਰਾਹਮਣ ਹੈ ਉਹ ਰੇਸ਼ਮੀ ਧਾਗੇ ਦਾ ਜਨੇਊ ਪਾਵੇਗਾ, ਜਿਹੜਾ ਖੱਤਰੀ ਹੈ ਉਹ ਸਣ ਦਾ ਜਨੇਊ ਪਾਵੇਗਾ। ਇੱਦਾਂ ਦੇ ਫਰਕ ਸੀ ਉਹਨਾਂ ਵਿੱਚ। ਲੰਗਰ ਦੇ ਸ਼ਕਲ ਛਕਾਉਣ ਵਿੱਚ ਵੀ ਫਰਕ ਰੱਖਿਆ ਜਾਂਦਾ ਸੀ। ਪਰ ਮੇਰੇ ਪ੍ਰੀਤਮ ਕਹਿੰਦੇ ਨਹੀਂ, ਇਹ ਗੁਰੂ ਨਾਨਕ ਦਾ ਘਰ ਰੱਬ ਦਾ ਘਰ ਹੈ, ਇੱਥੇ ਸਾਰਿਆਂ ਵਾਸਤੇ ਬਰਾਬਰ ਹੈ। ਖੈਰ, ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸੰਗਤਾਂ ਦੀਆਂ ਪੰਗਤਾਂ ਲੱਗ ਗਈਆਂ ਜੀ। ਸਾਦਰ ਦੇਤ ਆਹਾਰ ਕੋ ਨਰ ਪ੍ਰਿਥਕ ਕਰ ਪਾਏ। ਔਰ ਜਿਹੜੇ ਵਰਤਾਉਣ ਵਾਲੇ ਵਰਤਾਵੇ ਹਨ, ਲਾਂਗਰੀ ਹਨ, ਸੇਵਾਦਾਰ ਹਨ, ਸਾਰਿਆਂ ਨੂੰ ਭੋਜਨ ਵਰਤਾਉਣ ਲੱਗੇ। ਚੌਪਈ ਪੂਰਬ ਪੰਜਾ ਮਿੱਤਰ ਵਰਤਾਇਓ, ਦੇਤ ਸ਼ੀਗਰਤਾ ਸਭ ਹਨ ਪਾਇਓ। ਪਹਿਲਾਂ ਸਾਰਿਆਂ ਨੂੰ ਜਲ ਵਰਤਾਇਆ ਗਿਆ, ਸਭ ਨੇ ਜਲ ਛਕਿਆ। ਔਰ ਫਿਰ ਸਾਰਿਆਂ ਨੂੰ ਪਹਿਲਾਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ।
ਬੜੀ ਤੇਜ਼ੀ ਦੇ ਨਾਲ ਸਿੰਘਾਂ ਨੇ, ਸੰਗਤਾਂ ਨੇ, ਸੇਵਾਦਾਰਾਂ ਨੇ ਲੰਗਰ ਸਾਰਿਆਂ ਦੇ ਕੋਲ ਪਹੁੰਚਾ ਦਿੱਤਾ ਹੈ। ਸਭ ਨੇ ਪਹਿਲਾਂ ਕੜਾਹ ਪ੍ਰਸ਼ਾਦ ਪੰਚਾਮ੍ਰਿਤ ਛਕਣਾ ਕੀਤਾ ਹੈ ਜੀ। ਪੂਰਿਕਾ ਪੁੰਜ ਕਚੌਰੀ ਬਰੇ ਕੈ ਪਕੌੜੇ ਦੇ ਸਭ ਥੌਰੀ। ਜੋ ਵੀ ਉਸ ਵੇਲੇ ਲੰਗਰ ਦਾ ਇੰਤਜ਼ਾਮ ਸੀ ਸਾਰਾ ਬਣਿਆ। ਭਾਈ ਸਾਹਿਬ ਨੇ ਕਵਿਤਾ ਦੇ ਵਿੱਚ ਰੰਗ ਭਰ ਦਿੱਤਾ ਬੜਾ ਸੁੰਦਰ ਲਾ ਕੇ। ਕਹਿੰਦੇ ਪੂੜੇ ਬਣੇ ਐ, ਪੂੜੀਆਂ ਬਣੀਆਂ, ਕਚੌਰੀਆਂ ਬਣੀਆਂ, ਬੜੇ ਬਣੇ ਐ, ਪਕੌੜੇ ਬਣੇ ਐ। ਭਾਵ 36 ਪ੍ਰਕਾਰ ਦੇ ਭੋਜਨ ਗੁਰੂ ਨਾਨਕ ਦੇ ਘਰ ਵਿੱਚ ਬਣਦੇ ਆ। ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਚੱਲੀਏ ਹਜ਼ੂਰ ਸਾਹਿਬ ਤਾਂ ਉੱਥੇ ਵੀ ਹਰ ਵਾਰੀ ਨਵੀਂ ਚੀਜ਼, ਨਵਾਂ ਭੋਜਨ, ਨਵੀਂ ਸਬਜ਼ੀ, ਨਵੀਂ ਖੀਰ, ਕਦੇ ਸੇਵੀਆਂ, ਕਦੇ ਕੁਝ ਕਦੇ ਕੁਝ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਚੀਜ਼ ਦਾ ਤੋੜਾ ਨਹੀਂ। ਇੱਥੇ ਖਾਣ ਵਾਲਿਆਂ ਦਾ ਵੀ ਤੋੜਾ ਨਹੀਂ, ਛਕਾਉਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੈ। ਕੋਈ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਇਸ ਘਰ ਦੀ ਮਹਿਮਾ ਕੋਈ ਪੂਰੀ ਨਹੀਂ ਕਰ ਸਕਦਾ। ਖੈਰ ਇਹ ਸਾਰੇ ਭੋਜਨ 36 ਪ੍ਰਕਾਰ ਦੇ ਜਿਹੜੇ ਬਣੇ ਹਨ ਇਹ ਵਰਤਾਉਣੇ ਸ਼ੁਰੂ ਕੀਤੇ ਜੀ। ਅਤ ਸਵਾਦਲ ਗੁਰ ਜਗੈ ਆਹਾਰਾ ਅਚਹਿ ਸਰਾਹੈ ਵਿਵਿਧ ਪਕਾਰਾ। ਬੜਾ ਹੀ ਸਵਾਦਲਾ ਜਗ ਗੁਰੂ ਨਾਨਕ ਦੇ ਘਰ ਦਾ 10ਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਇਹ ਚੱਲ ਰਿਹਾ ਹੈ। ਔਰ ਜਿਹੜੇ ਛਕਦੇ ਹਨ ਬਈ ਉਹ ਸਿਫਤਾਂ ਕਰਦੇ ਜਾਂਦੇ ਆ ਵੀ ਬੜਾ ਸਵਾਦ ਬਣਿਆ। ਕਈ ਸਵਾਦ ਵਾਲਾ ਪਾਸਾ ਵੇਖਦੇ ਆ, ਕਈ ਗੁਰੂ ਦੀ ਮਹਿਮਾ ਦੇਖਦੇ ਆ। ਤੋ ਸਾਰੇ ਹੀ ਸਿਫਤਾਂ ਕਰਦੇ ਆਪਣੀ ਮਤ ਮੁਤਾਬਕ। ਰੁਚ ਅਨੁਸਾਰ ਅਗਰ ਸਭ ਧਰੈ ਤ੍ਰਿਪਤ ਭਾਏ ਪੀ ਪੈ ਖੈਬੋ ਕਰੈ। ਔਰ ਰੁਚੀ ਅਨੁਸਾਰ ਸਭ ਨੂੰ ਭੋਜਨ ਦਿੱਤਾ ਜਾਂਦਾ ਹੈ। ਕਈ ਤਾਂ ਰੱਜਣ ਤੋਂ ਬਾਅਦ ਵੀ ਯਾਰ ਜੀਭ ਕਹਿੰਦੀ ਹੋਰ ਖਾਈਏ, ਸਵਾਦਲਾ ਬੜਾ ਭੋਜਨ, ਰੱਜ ਕੇ ਹੋਰ ਵੀ ਖਾਂਦੇ ਆ ਤੇ ਲੈਂਦੇ ਆ। ਫਿਰੈ ਸੀਗਰ ਤੇ ਪਰੋਸਨ ਹਾਰੇ ਲੇਹੋ ਲੇਹੋ ਸਭ ਹੂਨ ਉਚਾਰੇ। ਪਰੋਸਨ ਹਾਰੇ ਭਾਵ ਲਾਂਗਰੀ ਸੇਵਾਦਾਰ। ਅੱਜ ਕੱਲ੍ਹ ਤਾਂ ਚਲੋ ਆਪਾਂ ਬਰਾਤਾਂ ਦੇ ਵਿੱਚ ਗੁਰੂ ਪਿਆਰੋ ਬਹਿਰੇ ਸੱਦ ਲੈਂਦੇ ਆ, ਟੈਂਟ ਵਾਲੇ ਆ ਜਾਂਦੇ ਆ। ਪਰ ਪੁਰਾਣੇ ਸਮਿਆਂ ਦਾ ਜਿਹੜਾ ਮਾਹੌਲ ਹੀ ਬੜਾ ਸੁੰਦਰ ਸੀਗਾ। ਪਿੰਡਾਂ ਦੇ ਵਿੱਚ ਜਦੋਂ ਕਿਸੇ ਦੀ ਲੜਕੀ ਦਾ ਵਿਆਹ ਹੋਣਾ, ਸਾਰੇ ਪਿੰਡ ਵਾਲੇ ਨੌਜਵਾਨਾਂ ਨੇ ਉੱਥੇ ਪਹੁੰਚਣਾ, ਪੰਚਾਇਤ ਨੇ ਪਹੁੰਚਣਾ। ਔਰ ਜਿਹੜਾ ਪ੍ਰੀਹਾਂ ਦਾ ਕੰਮ ਲੰਗਰ ਬਣਾਉਣ ਦਾ ਤੇ ਵਰਤਾਉਣ ਦਾ ਪਿੰਡ ਦੇ ਨੌਜਵਾਨ ਆਪ ਕਰਦੇ ਸੀ। ਕਹੋ ਸਤਿਨਾਮ। ਇਸ ਤਰ੍ਹਾਂ ਉਹ ਮਾਹੌਲ ਹੀ ਬੜਾ ਸੁੰਦਰ ਹੈ। ਤੇ ਇਸੇ ਤਰ੍ਹਾਂ ਹੀ ਇੱਥੇ ਵੀ ਜਿਹੜੇ ਵਰਤਾਉਣ ਵਾਲੇ ਵਰਤਾਵੇ ਆ, ਗੁਰੂ ਕੇ ਸਿੱਖ ਹੈ, ਸੰਗਤਾਂ ਵਿੱਚੋਂ ਸੇਵਾਦਾਰ ਲੱਗ ਜਾਂਦੇ ਆ। ਗੁਰੂ ਪਿਆਰਿਓ, ਵਾਰ-ਵਾਰ ਦਿਮਾਗ ਦੇ ਵਿੱਚ ਖਿਆਲ ਆਉਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਦਾ। ਉੱਥੇ ਵਰਤਾਉਣ ਵਾਲੇ ਵੀ ਬੇਅੰਤ ਹਨ, ਛਕਣ ਵਾਲੇ ਵੀ ਬੇਅੰਤ ਹੈ ਤੇ ਬਣਾਉਣ ਵਾਲੇ ਵੀ ਬੇਅੰਤ ਹੈ। ਕੋਈ ਅੰਤ ਨਹੀਂ ਹੈ। ਐਸਾ ਗੁਰੂ ਨਾਨਕ ਦੇ ਘਰ ਦਾ ਮਾਹੌਲ ਹੈ। ਗੁਰੂ ਪਿਆਰਿਓ, ਫਿਰ ਜੇ ਦਰਸ਼ਨ ਵਾਲੇ ਪਾਸਿਓਂ ਵੇਖੀਏ ਤੇ ਪੰਗਤ ਬੜੀ ਲੰਮੀ ਹੋ ਜਾਂਦੀ ਹੈ। ਜੇ ਜਲ ਛਕਾਉਣ ਵਾਲਿਆਂ ਦੀ ਗੱਲ ਕਰੀਏ, ਜਿਹੜੇ ਚਾਰੇ ਖੂੰਜਿਆਂ ਤੇ ਬੈਠੇ ਆ ਪ੍ਰਕਰਮਾਂ ਦੇ ਵਿੱਚ, ਉੱਥੇ ਵੀ ਬੇਅੰਤਤਾ ਹੈ। ਗੁਰੂ ਪਿਆਰਿਓ, ਗੁਰੂ ਨਾਨਕ ਦਾ ਘਰ ਬੜਾ ਬੇਅੰਤ ਹੈ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਸੇਵਾਦਾਰ ਹਨ ਵਰਤਾਉਣ ਵਾਲੇ, ਉਹ ਸਾਰਿਆਂ ਨੂੰ ਭੱਜ ਭੱਜ ਕੇ ਲੰਗਰ ਵਰਤਾ ਰਹੇ ਆ। ਲਓ ਵੀ ਲਓ ਵੀ, ਹੋਰ ਲਓ ਹੋਰ ਲਓ ਕਰਕੇ। ਮਨ ਭਾਵਤ ਕੋ ਭੋਜਨ ਦੀਨ ਆਛੀ ਰੀਤਾ ਚਵਨੋ ਕੀਨ। ਔਰ ਸਾਰੇ ਹੀ ਭਾਵਨਾ ਕਰਕੇ ਉਹ ਭੋਜਨ ਲੰਗਰ ਪ੍ਰਸ਼ਾਦਾ ਲੈ ਰਹੇ ਨੇ ਤੇ ਛਕਣ ਵਾਲੇ ਬੜੇ ਪਿਆਰ ਨਾਲ ਛਕ ਰਹੇ ਹਨ। ਸਵਾਦ ਪਾਏ ਸਭ ਹੂਨ ਸਲਾਹੈ ਪਾਨ ਪਖਾਰੈ ਤ੍ਰਿਪਤੀ ਆਪਾ ਹੈ। ਔਰ ਭੋਜਨ ਛਕ ਕੇ ਸਾਰੇ ਸਲਾਹੁੰਦੇ ਜਾਂਦੇ ਆ, ਯਾਰ ਬੜਾ ਸਵਾਦ ਬਣਿਆ। ਹੱਥ ਮੂੰਹ ਧੋ ਕੇ ਤ੍ਰਿਪਤ ਹੁੰਦੇ ਹਨ। ਜਸ ਕਰਤ ਗੁਰ ਕੋ ਲਹਿ ਦਰਸ਼ਨ ਕਦਮ ਪਦਮ ਕੋ ਹਾਥ ਸਪਰਸ਼ਨ। ਔਰ ਗੁਰੂ ਪਿਆਰਿਓ, ਫਿਰ ਲੰਗਰ ਪ੍ਰਸ਼ਾਦਾ ਛਕ ਕੇ ਕਈਆਂ ਨੇ ਪਹਿਲਾਂ ਦਰਸ਼ਨ ਕਰ ਲਏ, ਕਈ ਮਗਰੋਂ ਆਉਂਦੇ ਆ। ਲੰਗਰ ਪਾਣੀ ਛਕ ਕੇ, ਪ੍ਰਸ਼ਾਦਾ ਛਕ ਕੇ, ਹੱਥ ਮੂੰਹ ਧੋ ਕੇ ਫਿਰ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਪਰਸਦੇ ਹਨ। ਆਪ ਆਪਣੇ ਥਾਨ ਪਧਾਰੇ ਸੋਧਨ ਬੀਤਿਓ ਦੇ ਤਾਰੇ। ਤੇ ਸਾਰਾ ਦਿਨ ਲੰਗਰ ਚੱਲਿਆ। ਅੱਜ ਸਾਰਾ ਦਿਨ ਜਗ ਚੱਲਿਆ, ਚੌਥ ਵਾਲੇ ਦਿਨ। ਔਰ ਸਭ ਕੇ ਸੰਗ ਬਣੀ ਗੁਰਬਾਨੀ ਸਿਮਰੋ ਪਰਮੇਸ਼ਰ ਗੁਰਖਾਨੇ। ਔਰ ਕਈ ਬਰਾਗ ਵੀ ਕਰਦੇ ਆ, ਮਹਾਰਾਜ ਜੀ ਤੁਹਾਡੇ ਦਰਸ਼ਨ ਫੇਰ ਕਿਵੇਂ ਹੋਣਗੇ। ਐਸੇ ਪਾਤਸ਼ਾਹ ਸਭ ਨੂੰ ਕਹਿੰਦੇ ਆ, ਕੋਈ ਨਹੀਂ ਭਾਈ, ਬਾਣੀ ਪੜ੍ਹਿਆ ਕਰੋ। ਬਾਣੀ ਦੇ ਦਰਸ਼ਨ ਹੀ ਮੇਰੇ ਦਰਸ਼ਨ ਹੈ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਰਾਤ ਪੰਚਮੀ ਸੁਰ ਗੁਰਵਾਰ ਦਿਵਸ ਭਲੋਰ ਲੀਨ ਵਿਚਾਰ। ਤੋ ਚੌਥ ਦਾ ਬੁੱਧਵਾਰ ਸੀਗਾ ਤੇ ਪੰਜਵੀਂ ਤਿਥ ਆਈ ਹੈ। ਤੇ ਪੰਜਵੀਂ ਤਿਥ ਦਾ ਗੁਰੂ ਸਰਵਾਰ ਭਾਵ ਵੀਰਵਾਰ ਦਾ ਦਿਨ ਹੈ।
ਪੰਜਵੀਂ ਤਿਥ ਆਈ ਹੈ। ਹੋਏ ਤਿਆਰੀ ਹਮਰੀ ਪਰਲੋਕ, ਧਰੋ ਆਨੰਦ ਨ ਕੀਜੈ ਸ਼ੋਕ। ਔਰ ਜਿਹੜੇ ਗੁਰੂ ਕੇ ਸਿੰਘ ਜਿਹੜੇ ਨਾਲ ਗਏ ਆ, ਭਾਈ ਦਇਆ ਸਿੰਘ, ਧਰਮ ਸਿੰਘ ਹੋਰੀ, ਇਹ ਸਾਰੇ ਸਿੰਘਾਂ ਦਾ ਜਥਾ ਜਿਹੜਾ ਹੈ ਗੁਰੂ ਪਿਆਰਿਓ ਪਾਤਸ਼ਾਹ ਜੀ ਕੋਲ ਬੈਠ ਕੇ ਬਰਾਕ ਕਰਦੇ ਆ। ਮਹਾਰਾਜ ਜੀ ਐਸੇ ਦਰਸ਼ਨ ਫਿਰ ਕਿਵੇਂ ਹੋਣਗੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੰਘੋ ਹੁਣ ਸਾਡੀ ਤਿਆਰੀ ਹੈ, ਹੁਣ ਸਾਡਾ ਜਾਣ ਦਾ ਸਮਾਂ, ਸਾਡੀ ਜਾਣ ਦੀ ਤਿਆਰੀ ਕਰੋ। ਜਾਗਰਣ ਕਰੋ ਜਪੋ ਗੁਰ ਬਾਣੀ, ਸੰਚ ਲਿਓ ਸਭ ਸੌਜ ਮਹਾਨੀ। ਇੱਥੇ ਜਾਗਣ ਦਾ ਮਤਲਬ ਹੈ ਅੰਮ੍ਰਿਤ ਵੇਲੇ ਜਾਗਣਾ। ਇੱਥੇ ਜਾਗਣ ਦਾ ਮਤਲਬ ਕੋਈ ਹੋਰ ਨਹੀਂ ਕੱਢਣਾ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਨੀਕੇ ਦਾ ਮਤਲਬ ਹੈ ਚੰਗਾ। ਤੋ ਇੱਥੇ ਜਾਗਣ ਦਾ ਮਤਲਬ ਹੈ ਸਿੱਖੋ ਅੰਮ੍ਰਿਤ ਵੇਲੇ ਉੱਠਿਆ ਕਰੋ, ਜਾਗਿਆ ਕਰੋ, ਗੁਰਬਾਣੀ ਜਪਿਆ ਪੜ੍ਹਿਆ ਕਰੋ। ਸੰਚ ਲਿਓ ਸਭ ਸੌਜ ਮਹਾਨੀ। ਸੰਚਨਾ ਹੁੰਦਾ ਇਕੱਠਾ ਕਰਨਾ। ਹੁਣ ਅਸੀਂ ਹੋਰ ਵਿਸ਼ੇ 'ਤੇ ਤਾਂ ਸਭ ਕੁਝ ਇਕੱਠਾ ਕਰ ਲਿਆ। ਯਾਤਰਾ 'ਤੇ ਜਾਣਾ ਹੋਵੇ ਪਹਿਲਾਂ ਕਿਰਾਏ ਦਾ ਪ੍ਰਬੰਧ ਕਰਦੇ ਹਾਂ। ਲੰਬੇ 15-20 ਦਿਨਾਂ ਦੀ ਯਾਤਰਾ ਹੋਵੇ ਤਾਂ ਫਿਰ ਅਸੀਂ ਰਸਤੇ ਵਿੱਚ ਸੁੱਕੀਆਂ ਖਾਣ ਵਾਲੀਆਂ ਭੋਜਨ ਦੀਆਂ ਵਸਤੂਆਂ, ਬਿਸਕੁਟ ਆਦਿ ਵੀ ਤਿਆਰ ਕਰਦੇ ਹਾਂ। ਕਹੋ ਸਤਿਨਾਮ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਮਨੁੱਖ ਜਿਹੜਾ ਹੈ ਸੰਸਾਰੀ ਯਾਤਰਾਵਾਂ ਦੇ ਵਾਸਤੇ ਤਿਆਰੀ ਤਾਂ ਕਰਦਾ, ਪਰਮੇਸ਼ਰ ਦੇ ਦਰ ਜਾਣਾ ਜਦੋਂ ਉਸ ਯਾਤਰਾ ਵਾਸਤੇ ਕੋਈ ਤਿਆਰੀ ਨਹੀਂ ਕੀਤੀ ਮਨੁੱਖ ਨੇ। ਤਾਂ ਇੱਥੇ ਗੁਰੂ ਪਾਤਸ਼ਾਹ ਉੱਥੋਂ ਦੀ ਗੱਲ ਕਰਦੇ ਹੈ। ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਿਆ ਕਰੋ, ਸੰਚ ਲਿਓ, ਇਕੱਤਰ ਕਰੋ, ਇਕੱਠਾ ਕਰੋ। ਕੀ ਸਭ ਸੌਜ ਮਹਾਨੀ, ਉਹ ਵਸਤੂ ਜਿਹੜੀ ਨਾਲ ਜਾਣੀ ਹੈ। ਜੈ ਮਹਾ ਭਿਆਨ ਤਬ ਤਵ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸ਼ਰਾਮ। ਹਰ ਕਾ ਨਾਮ ਦਾਸ ਕੀ ਹੋਟ ਓਟ, ਹਰ ਕੈ ਨਾਮ ਉਧਰੈ ਜਨ ਕੋਟ। ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਪਵਿੱਤਰ ਸੁਖਮਨੀ ਸਾਹਿਬ ਦੇ ਵਿੱਚ ਇਹ ਬਚਨ ਕਹੇ ਹਨ। ਇਸ ਕਰਕੇ ਮਨੁੱਖ ਦੇ ਨਾਲ ਜਾਣ ਵਾਲਾ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੈ। ਠੀਕ ਹੈ, ਪੁੰਨ ਦਾਨ ਵੀ ਅਸੀਂ ਬੀਜਦੇ ਹਾਂ, ਕਰਦੇ ਹਾਂ, ਪਰ ਇਹ ਧਰਮ ਰਾਜ ਤੱਕ ਪਹੁੰਚਦੇ ਪਹੁੰਚਦੇ ਹੀ ਲੁੱਟੇ ਜਾਂਦੇ ਆ। ਕਹੋ ਸਤਿਨਾਮ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਹੀ। ਹਿੰਦੂ ਮਤ ਦੇ ਖਿਆਲ ਹਨ ਬਈ ਜਦੋਂ ਜੀਵ ਜਾਂਦਾ ਹੈ, ਲੈ ਕੇ ਜਾਂਦੇ ਆ ਪਰਮੇਸ਼ਰ ਦੇ ਦੂਤ ਇਸ ਨੂੰ, ਇਹਨੂੰ ਰਸਤੇ ਵਿੱਚ ਪਿਆਸ ਲੱਗਦੀ ਹੈ, ਇਹ ਪਾਣੀ ਮੰਗਦਾ ਹੈ। ਉਹ ਕਹਿੰਦੇ ਤੂੰ ਕਿਸੇ ਨੂੰ ਪਾਣੀ ਪਿਆਇਆ, ਦਾਨ ਪੁੰਨ ਕੀਤਾ? ਜੇ ਕੀਤਾ ਤਾਂ ਫਿਰ ਉਹ ਦਾਨ ਪੁੰਨ ਸਾਨੂੰ ਦੇ, ਅਸੀਂ ਤੈਨੂੰ ਪਿਆਣੀ ਦੇ ਦਿਆਂਗੇ। ਫਿਰ ਜੇ ਪ੍ਰਸ਼ਾਦਾ ਮੰਗਦਾ, ਭੁੱਖ ਲੱਗੀ ਹੈ, ਉਹ ਕਹਿੰਦੇ ਕਿਸੇ ਨੂੰ ਲੰਗਰ ਛਕਾਇਆ, ਜੇ ਤੂੰ ਲੰਗਰ ਛਕਾਇਆ ਤੇ ਫਿਰ ਉਹ ਫਲ ਸਾਨੂੰ ਦੇ, ਤੈਨੂੰ ਅਸੀਂ ਲੰਗਰ ਦੇ ਦਿਆਂਗੇ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਅਸਲ ਦੇ ਵਿੱਚ ਜੀਵ ਆਤਮਾ ਦੇ ਨਾਲ ਸੂਖਮ ਵਸਤੂ ਪਰਮੇਸ਼ਰ ਦਾ ਨਾਮ ਹੀ ਜਾਂਦਾ ਹੈ, ਹੋਰ ਕੁਝ ਵੀ ਇਹਦੇ ਨਾਲ ਨਹੀਂ ਜਾਂਦਾ। ਇਹ ਤਾਂ ਸਭ ਪੁੰਨਦਾਨ ਜਿਹੜੇ ਧਰਮ ਰਾਜ ਤੱਕ ਪਹੁੰਚਦੇ ਪਹੁੰਚਦੇ ਹੀ ਜਿਹੜੇ ਜਮਦੂਤ ਹਨ ਜਾਂ ਦੂਤ ਹਨ ਉਹ ਲੁੱਟ ਲੈਂਦੇ ਹਨ। ਇਸ ਕਰਕੇ ਪੁੰਨਦਾਨ ਜੋ ਬੀਜਦਾ ਸਭ ਧਰਮ ਰਾਜ ਕੇ ਜਾਹੀ। ਤਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਇਕੱਤਰ ਕਰੋ, ਜਿਹੜਾ ਤੁਹਾਨੂੰ ਅਗਲੀ ਯਾਤਰਾ ਵਿੱਚ ਕੰਮ ਦੇਵੇਗਾ। ਚੰਦਨ ਆਦ ਸਕਲ ਹੀ ਲਿਆਏ, ਕਿਥੋਂ ਨਹੀਂ ਸ਼ੁੱਧ ਦੇਹੋ ਬਤਾਏ। ਤੇ ਪਾਤਸ਼ਾਹ ਕਹਿੰਦੇ ਲੱਕੜਾਂ ਇਕੱਠੀਆਂ ਕਰ ਲਈਆਂ ਤੇ ਲੱਕੜਾਂ ਦੇ ਰੂਪ ਚ ਪਾਤਸ਼ਾਹ ਨੇ 100 ਮਣ ਪੱਕਾ ਚੰਦਨ ਮੰਗਵਾਇਆ ਹੈ। ਚੰਦਨ ਲਿਆਂਦਾ ਕਿ ਨਹੀਂ? ਸੁਨ ਸੰਤੋਖ ਸਿੰਘ ਸੁਧ ਲੀਨ, ਜੈ ਕਹਿ ਫਿਰ ਕਰ ਹੀਰਨ ਕੀਨ। ਇੱਕ ਸੰਤੋਖ ਸਿੰਘ ਨਾਮ ਦਾ ਸਿੰਘ ਹੈ ਪਾਤਸ਼ਾਹ ਦੇ ਨਾਲ, ਉਹ ਵੀ ਸਾਰੀ ਤਿਆਰੀ ਵੇਖ ਰਿਹਾ। ਨਾਲੇ ਬਰਾਗ ਦੇ ਵਿੱਚ ਸਿੰਘ ਰੋ ਰਹੇ ਨੇ ਤੇ ਨਾਲੇ ਤਿਆਰੀ ਕਰ ਰਹੇ ਆ, ਹੁਕਮ ਵਜਾ ਰਹੇ ਨੇ। ਜੋ ਜੋ ਵਸਤ ਪਹੁੰਚੀ ਆਏ, ਕਰੀ ਨਿਵੇਦਨ ਗੁਰ ਟਿਕ ਜਾਏ। ਔਰ ਜਿਹੜੀਆਂ ਜਿਹੜੀਆਂ ਵਸਤੂਆਂ ਪਾਤਸ਼ਾਹ ਨੇ ਹੁਕਮ ਦਿੱਤਾ ਸੀਗਾ ਉਹ ਸਾਰੀਆਂ ਇਕੱਠੀਆਂ ਕੀਤੀਆਂ। ਤੇ ਸਿੰਘ ਜਿਹੜੇ ਹਨ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ, ਭਾਈ ਸੰਤੋਖ ਸਿੰਘ ਨਾਮ ਦਾ ਸਿੰਘ ਹੈ ਇੱਕ, ਇਹ ਸਭ ਤਿਆਰੀ ਦੇਖ ਕੇ ਜਾ ਕੇ ਪਾਤਸ਼ਾਹ ਨੂੰ ਦੱਸਦਾ, ਮਹਾਰਾਜ ਜੀ ਹਾਂ ਸਾਰਾ ਸਮਾਨ ਆ ਗਿਆ ਹੈ ਜੀ। ਪ੍ਰਭ ਜੀ 100 ਮਨ ਚੰਦਨ ਆਇਓ, ਅਤਰ ਗੁਲਾਬ ਧਰਿਓ ਸਮੁਦਾਇਓ। ਅਤਰ ਫਲੇਲ ਗੁਲਾਬ ਸੈਂਟ ਆਦਿ ਮਹਾਰਾਜ ਅਤੇ ਚੰਦਨ ਦੀ ਲੱਕੜ ਮਨ ਪੱਕੀ 100 ਮਨ ਪੱਕੀ ਲੈ ਆਂਦੇ ਜੀ। ਸੂਖਮ ਚੀਰ ਮੋਲ ਬਹੁਤ ਕੀਰਾ, ਸੀਵਨ ਹਾਰ ਸਿਵ ਤੋਏ ਸਵੇਰਾ। ਤੇ ਭਾਈ ਉਹ ਵਸਤਰ ਤਿਆਰ ਕਰ ਲਏ ਸਾਡੇ ਨਵੇਂ। ਹਾਂ ਮਹਾਰਾਜ ਜੀ ਕੱਪੜਾ ਵੀ ਲਿਆਂਦਾ,
ਦਰਜੀ ਸਿਉਂ ਰਿਹਾ। ਰਾਤ ਹੋਤ ਲਗ ਕੋਸ਼ਿਸ਼ ਸਾਰੀ ਬਨੈ ਨਵੀਨ ਆਪ ਕੀ ਤਿਆਰੀ। ਮਹਾਰਾਜ ਜੀ ਤੜਕੇ ਤੱਕ ਸਾਰਾ ਆਪ ਜੀ ਦੀ ਪੁਸ਼ਾਕ ਤਿਆਰ ਹੋ ਜਾਵੇਗੀ। ਗੁਰੂ ਪਿਆਰਿਓ, ਚਾਹੇ ਇੱਥੇ ਦੁਨੀਆ 'ਚੋਂ ਗਰੀਬ ਮਰਦ ਹੈ ਚਾਹੇ ਅਮੀਰ ਮਰਦ ਹੈ, ਜਿਹੜਾ ਜਾਣ ਵੇਲੇ ਵਸਤਰ ਪਾਉਂਦਾ ਉਹਦੇ ਜੇਬ ਨਹੀਂ ਹੁੰਦੀ। ਕਹੋ ਸਤਨਾਮ ਸੀ। ਨਾ ਤਾਂ ਰਾਜੇ ਦੇ ਪੁਸ਼ਾਕ ਦੇ ਜੇਬ ਹੈ, ਭਾਵ ਜੀ ਅਸੀਂ ਕਫਨ ਕਹਿੰਦੇ ਆ, ਤੇ ਨਾ ਹੀ ਕਿਸੇ ਗਰੀਬ ਦੇ ਜੇਬ ਹੈ, ਕਿਉਂਕਿ ਜੇਬ ਲੱਗਦੀ ਨਹੀਂ, ਲੋੜ ਹੀ ਨਹੀਂ ਪੈਂਦੀ, ਨਾਲ ਪੈਣਾ ਹੀ ਨਹੀਂ, ਨਾਲ ਕੋਈ ਜਾਣਾ ਹੀ ਨਹੀਂ। ਕਈ ਵਾਰੀ ਦੇਖਦੇ ਹਾਂ ਸ਼ਮਸ਼ਾਨ ਘਾਟ ਜਾਂਦੇ ਹਾਂ ਜਦੋਂ ਕਿਸੇ ਦੇ ਨਾਲ, ਤਾਂ ਅਣਜਾਣ ਬੰਦੇ ਕਹਿਣਗੇ ਦੀ ਜੇਬ 'ਚ 10 ਰੁਪਏ ਪਾ ਦਿਓ, ਇਹ 10 ਰੁਪਏ ਨਾਲ ਜਾਣ ਵਾਲੇ ਨਹੀਂ, ਤਾਂ ਇੱਥੇ ਹੀ ਮੱਚ ਜਾਣਗੇ। ਕਹੋ ਸਤਨਾਮ ਸੀ। ਤੋ ਖੈਰ ਪਾਤਸ਼ਾਹ ਕਹਿੰਦੇ ਸਾਡਾ ਪੁਸ਼ਾਕਾ ਤਿਆਰ ਹੋ ਗਿਆ ਭਾਈ, ਜਿਹੜਾ ਅਸੀਂ ਜਾਂਦਿਆਂ ਨੇ ਪਾਉਣਾ, ਕਹਿੰਦੇ ਜੀ ਤੜਕੇ ਤੱਕ ਤਿਆਰ ਹੋ ਜਾਊਗਾ। ਦਰਜੀ ਦੀ ਡਿਊਟੀ ਲਾ ਦਿੱਤੀ ਹੈ। ਹਾਰ ਪੁਸ਼ਾਕੋ ਆਨ ਤਰਾਇਓ ਜਬ ਤਿਲ ਕ੍ਰਿਤ ਕੋ ਪੁੰਜ ਅਨਾਇਓ। ਕੁਸ਼ਾ ਕਹਿੰਦੇ ਆ ਘਾਹ ਨੂੰ, ਕਹਿੰਦੇ ਘਾਹ ਵੀ ਲਿਆਂਦਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਆਪਦੀ ਮਰਜ਼ੀ ਨਾਲ ਸਾਰਿਆਂ ਨੇ ਸਰੀਰ ਤਿਆਗੇ ਹੈ, ਪਰਮੇਸ਼ਰ ਦੇ ਭਾਣੇ ਨੂੰ ਮੰਨਦਿਆਂ ਹੋਇਆਂ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਵੀ ਦੇ ਕਿਨਾਰੇ 'ਤੇ ਸਰੀਰ ਤਿਆਗੇ ਆ। ਜਪਜੀ ਸਾਹਿਬ ਦਾ ਪਾਠ ਕਰਕੇ ਥੱਲੇ ਪਹਿਲਾਂ ਸਿੱਖਾਂ ਨੇ ਘਾਹ ਵਿਛਾ ਦਿੱਤਾ ਹੈ। ਘਾਹ 'ਤੇ ਬੈਠ ਕੇ ਹੱਥ ਮੂੰਹ ਧੋ ਕੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਹੈ। ਫਿਰ ਭਾਈ ਜੇਠਾ ਲੰਗਾਹਾ ਇਹਨਾਂ ਸਾਰੀਆਂ 5 ਸਿੱਖਾਂ ਨੂੰ ਹੁਕਮ ਦਿੱਤਾ, ਜਾ ਕੇ ਕਹਿ ਦਿਓ ਹਰਗੋਬਿੰਦ ਸਾਹਿਬ ਨੂੰ ਕਿ ਹੁਣ ਸ਼ਸਤਰਧਾਰੀ ਹੋਣ ਦਾ ਸਮਾਂ ਆ ਗਿਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖਾਂ ਨੂੰ ਕਹੋ ਕਿ ਸ਼ਸਤਰ ਧਾਰਨ ਕਰ ਲੈਣ, ਹੁਣ ਇਹਨਾਂ ਲੋਕਾਂ ਨੇ ਸਾਨੂੰ ਮਾਲਾ ਵੀ ਨਹੀਂ ਫੇਰਨ ਦੇਣੀ ਤਲਵਾਰ ਤੋਂ ਬਿਨਾਂ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਫਸਲ ਜਦ ਪੱਕ ਜਾਂਦੀ ਹੈ ਜ਼ਿਮੀਂਦਾਰ ਦੀ, ਤਾਂ ਉਸ ਨੂੰ ਬਚਾਉਣ ਵਾਸਤੇ ਕੰਡਿਆਲੀ, ਤਾਰ, ਝਾੜੀਆਂ ਆਦਿ ਦੀ ਵਾੜ ਕਰਨੀ ਪੈਂਦੀ ਹੈ। ਤੋ ਸ਼ਸਤਰਾਂ ਦੀ ਵਾੜ 6ਵੇਂ ਪਾਤਸ਼ਾਹ ਨੇ ਫਿਰ ਕੀਤੀ ਹੈ। ਸਿੱਖੀ ਨੂੰ ਮਨੋਬਿਰਤੀਆਂ ਉੱਥੇ ਰੱਖੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਦਾ ਸਰੀਰ ਤੇ ਆ ਗਿਆ। ਬਾਬਾ ਬੁੱਢਾ ਜੀ ਹੋਰਾਂ ਨੂੰ ਕਹਿੰਦੇ ਭਾਈ ਸਾਡੀ ਕੋਠੜੀ ਲਿਪ ਦਿਓ। ਕੋਠੜੀ ਲਿਪ ਲਈ, ਉਹਦੇ ਵਿੱਚ ਕਹਿੰਦੇ ਕੁਸ਼ਾ ਘਾਹ ਵਿਛਾ ਦਿਓ। ਘਾਹ ਵਿਛਾ ਦਿੱਤਾ ਹੈ। ਅੰਦਰ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਬਾਬਾ ਬੁੱਢਾ ਜੀ ਵਰਗੇ ਮੁਖੀ ਸਿੱਖ ਨੇੜੇ ਆ, ਔਰ ਪਾਤਸ਼ਾਹ ਨੇ ਹੁਕਮ ਦਿੱਤਾ ਸੁਲੱਖਣੀ ਹੁਣ ਤਾਂ ਦੋਨੇ ਪੁੱਤਰਾਂ ਨੂੰ ਬੁਲਾ ਲੈ। ਤੇ ਮਾਤਾ ਸੁਲੱਖਣੀ ਜੀ ਨੇ ਕਈ ਵਾਰੀ ਸੁਨੇਹਾ ਭੇਜਿਆ, ਸ਼੍ਰੀ ਚੰਦ ਪੁੱਤ ਆ ਜਾਓ, ਹੁਣ ਤੁਹਾਡਾ ਬਾਪੂ ਆਖਰੀ ਸਮੇਂ 'ਤੇ ਉਡੀਕ ਰਿਹਾ ਹੈ। ਸ਼੍ਰੀ ਚੰਦ ਕਹਿੰਦੇ ਪਰਸੋਂ ਚੌਥੇ ਦਾ ਕਹੀ ਜਾਂਦਾ, ਇਹ ਸਿਰ ਤਾਂ ਛੱਡਦਾ ਨਹੀਂ ਗਾ। ਐਂ ਕੀ ਹੁੰਦਾ, ਚੰਗਾ ਭਲਾ ਮੇਰਾ ਬਾਪੂ। ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕੀ ਹੋਇਆ, 40 ਸਾਲ ਦੀ ਉਮਰ ਹੈ ਸਾਰੀ ਹਲੇ, ਪਰ ਨਹੀਂ, ਉਹਨਾਂ ਨੇ ਭਾਣੇ ਨੂੰ ਮੰਨਦੇ ਹੋਏ ਜਦੋਂ ਸੱਦਾ ਆ ਗਿਆ ਤੰਦਰੁਸਤੀ ਦੇ ਵਿੱਚ ਸਰੀਰਾਂ ਨੂੰ ਤਿਆਗਿਆ। ਐਸੀ ਗੱਲ ਨਹੀਂ ਹੈ ਮੈਂ ਕੋਈ ਬੁੱਢਾ ਹੋ ਕੇ ਜਾਂ ਗੁਰੂ ਪਿਆਰਿਓ ਕਿਸੇ ਹੋਰ ਤਰ੍ਹਾਂ ਦੇ ਕਾਰਨ ਨਾਲ ਜਾਵੇਗਾ, ਆਪਣੀ ਮਰਜ਼ੀ ਨਾਲ ਜਾਣਾ ਕੀਤਾ। ਤੇ ਅਖੀਰ ਧੰਨ ਗੁਰੂ ਨਾਨਕ ਦੇਵ ਜੀ ਕੋਲ ਕਹਿੰਦੇ ਉਹ ਦੋਨੇ ਪੁੱਤਰ ਨਾ ਪਹੁੰਚੇ। ਕਹਿੰਦੇ ਐਂ ਕਿਵੇਂ ਬਾਪੂ ਮਰ ਜੂਗਾ, ਚੰਗਾ ਭਲਾ ਐਂ ਕਿਵੇਂ ਸਰੀਰ ਛੱਡ ਦੂਗਾ। ਅਖੀਰ ਪਾਤਸ਼ਾਹ ਨੇ ਚਾਦਰ ਲਈ ਲੰਬੇ ਪੈ ਗਏ, ਸਰੀਰ ਤਿਆਗਤਾ। ਮਾਤਾ ਸੁਲੱਖਣੀ ਕਹਿੰਦੀ ਹੁਣ ਤਾਂ ਆ ਜਾਓ, ਹੁਣ ਤਾਂ ਸਰੀਰ ਵੀ ਤਿਆਗ ਗਏ। ਅੱਛਾ, ਫਿਰ ਭੱਜੇ ਆਏ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਕੋਲ ਬੈਠ ਕੇ ਬਰਾਕ ਕਰਨ ਲੱਗੇ, ਰੋਣ ਲੱਗੇ। ਕਹਿੰਦੇ ਬਾਪੂ ਸਾਡੇ ਨਾਲ 4 ਘੜੀਆਂ ਗੱਲਾਂ ਤਾਂ ਕਰ ਲੈਂਦਾ। ਪਾਤਸ਼ਾਹ ਉੱਠ ਕੇ ਬੈਠੇ ਹੋ ਗਏ। ਹਾਂ ਪੁੱਤ ਦੱਸੋ ਕੀ ਗੱਲ ਕਰਨੀ ਆ। 4 ਘੜੀਆਂ ਮੰਗੀਆਂ, ਮੈਂ 4 ਘੜੀਆਂ ਹੀ ਗੱਲ ਕਰੂੰਗਾ। ਜੇ ਤੁਸੀਂ ਮੈਨੂੰ 4 ਯੁੱਗ ਕਹਿ ਦਿੰਦੇ, ਮੈਂ 4 ਯੁੱਗ ਵੀ ਰਹਿ ਜਾਂਦਾ। ਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਕਿਤੇ ਨਹੀਂ ਗਏ, ਸਿਰਫ ਅਲੋਪ ਹੋਇਆ, ਸਾਡੀਆਂ ਅੱਖਾਂ ਤੋਂ ਓਲੇ ਹੋਏ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਮੇਰਾ ਜਾਗਤਾ ਹੈ ਦਿਓ। ਤਾਂ ਗੁਰੂ ਪਾਤਸ਼ਾਹ ਜੀ ਭਾਵੇਂ ਇਹ ਬਹਾਨਾ ਬਣਾ ਰਹੇ ਆ, ਕੌਤਕ ਕਰ ਰਹੇ ਆ, ਅਲੋਪ ਹੋਣ ਦਾ ਲੱਕੜਾਂ ਵੀ ਮੰਗਵਾ ਲਈਆਂ, ਪਰ ਬਾਣੀ ਦੇ ਬਚਨਾਂ ਤੋਂ ਥੋੜ੍ਹਾ ਜਾ ਸਕਦੇ ਹੈ। ਹੁਣ ਬਾਣੀ ਕਹਿੰਦੀ ਸਤੀਆਂ ਇਹ ਨਾ ਆਖੀਆਂ ਜੇ ਮਣੀਆਂ ਲੱਗ ਜਲਨ। ਤੀਜੇ ਪਾਤਸ਼ਾਹ ਕਹਿੰਦੇ ਪੁਰਾਣੇ ਸਮੇਂ ਵਿੱਚ ਬ੍ਰਾਹਮਣਾਂ ਨੇ ਐਸੇ ਰੀਤੀ ਰਿਵਾਜ ਬਣਾ ਦਿੱਤੇ ਕਿ ਜਿਹੜੀ ਇਸਤਰੀ ਇਹ ਚਾਹੁੰਦੀ ਹੈ ਕਿ ਮੈਂ ਆਪਣੇ ਪਤੀ ਨਾਲ ਹਮੇਸ਼ਾ ਸੁਹਾਗਨ ਰਹਾਂ, ਉਹ ਮੁਰਦੇ ਪਤੀ ਨਾਲ ਸੜ ਕੇ ਮਰ ਜੇ, ਦਰਗਾਹ 'ਚ ਇਕੱਠੇ ਹੋ ਜਾਣਗੇ। ਬਹੁਤ ਸਾਰੀਆਂ ਭੋਲੀਆਂ ਭਾਲੀਆਂ ਮੱਚ ਵੀ ਜਾਂਦੀਆਂ। ਕਈਆਂ ਨੂੰ ਸ਼ਰੀਕਾ ਕਬੀਲਾ ਧੱਕੇ ਨਾਲ ਮਚਾ ਦਿੰਦਾ, ਕਿਉਂਕਿ ਬਾਹਮਣਾਂ ਦੇ ਕਾਨੂੰਨ ਬਣੇ ਸੀਗੇ। ਤੀਜੇ ਪਾਤਸ਼ਾਹ ਨੇ ਅਕਬਰ ਤੋਂ ਕਾਨੂੰਨ ਬਣਾਇਆ, ਕਹਿੰਦੇ ਬੰਦ ਕਰੋ ਇਹ ਕੰਮ, ਇਹ ਗਲਤ ਹੈ, ਕੋਈ ਗਾਹਾਂ ਜਾ ਕੇ ਮਿਲਦਾ ਨਹੀਂ ਹੈਗਾ।
ਬਾਦਸ਼ਾਹ ਅਕਬਰ ਨੇ ਕਾਨੂੰਨ ਬਣਾਇਆ, ਫਿਰ ਸਤੀਆਂ ਵਾਲੀ ਰਸਮ ਬੰਦ ਕੀਤੀ। ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ, ਸੇਪੀ ਸਤੀਆਂ ਜਾਨੀਆਂ ਜੇ ਬਿਰਹਿ ਜੋਟ ਮਰਨ, ਜਾਂ ਪਤੀ ਦਾ ਵਿਛੋੜਾ ਨਾ ਝੱਲਦੀਆਂ ਹੋਈਆਂ ਪਹਿਲਾਂ ਮਰ ਜਾਣ। ਮੈਂ ਉਹਨੂੰ ਸਤੀ ਕਹੂੰਗਾ, ਇਹ ਔਰ ਪਿਆਰ ਸੀਗਾ, ਸਰੀਰ ਛੁੱਟ ਗਿਆ। ਸੇਪੀ ਸਤੀਆਂ ਜਾਨੀਆਂ ਬਿਰਹਿ ਚੋਟ ਮਰਨ, ਜਾਂ ਫਿਰ ਉਹ ਵੀ ਸਤੀਆਂ ਨਿਤ ਉੱਠ ਸੰਭਾਲਣ ਸਾਈਂ ਆਪਣਾ, ਆਪਣੇ ਮਾਲਕ ਦੀ ਯਾਦ ਵਿੱਚ ਰਹਿੰਦਾ ਜੀਵਨ ਬਤੀਤ ਕਰ ਲੈਣ, ਉਹ ਵੀ ਸਤੀਆਂ। ਹੁਣ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਹੈ, ਕਰਨਾ ਬਹੁਤ ਔਖਾ ਹੈ, ਇਹ ਕਥਾ ਕਰਨੀ ਬਹੁਤ ਔਖੀ ਹੈ। ਤਾਂ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਲੱਕੜਾਂ ਮੰਗਾ ਲੀਆਂ, ਇਹ ਬਹਾਨਾ ਹੈ ਉਹਨਾਂ ਦਾ ਅਲੋਪ ਹੋਣ ਦਾ। ਦੱਸੋ ਖੁਦ ਜਿਉਂਦੇ ਜੀ ਲੱਕੜ 'ਚ ਬੈਠਣਗੇ, ਉਹ ਕਹੋ ਸਤਨਾਮ। ਉਹ ਤਾਂ ਆਪਣੇ ਅੱਖ ਫੁਰਕ ਦੇ ਨਾਲ ਪੰਜਾਂ ਤੱਤਾਂ ਨੂੰ ਖੰਡਿਆ ਸਕਦੇ ਆ। ਪੰਜਵੇਂ ਪਹਿਲੇ ਪਾਤਸ਼ਾਹ ਨੇ ਖੰਡਿਆ ਹੀ ਆ ਜੋਗੀਆਂ ਨਾਲ, ਲੁਕਣ ਮਿਚੀ ਖੇਡਦੇ ਆ। ਗੁਰੂ ਪਿਆਰਿਓ, ਪਹਿਲੇ ਪਾਤਸ਼ਾਹ ਜੀ ਨੇ ਲੁਕਣ ਮਿਚੀ ਖੇਡੀ ਜੋਗੀਆਂ ਦੇ ਨਾਲ। ਕਹਿੰਦੇ ਸਾਡੇ ਅਸੀਂ ਲੁਕਣਾ, ਅਸੀਂ ਲੱਭੋ। ਪਾਤਸ਼ਾਹ ਕਹਿੰਦੇ ਲੁਕ ਜੋ, ਲੁਕੇ। ਉਹਨਾਂ ਲੁਕਣਾ ਕੀਤਾ, ਜਿੱਥੇ ਜਿੱਥੇ ਲੁਕੇ ਸੀ ਜਾ ਕੇ ਪਾਤਸ਼ਾਹ ਉਹਨਾਂ ਨੂੰ ਲਿਆਂਦਾ, ਅਤੇ ਸਾਰੇ ਐਂ ਇਕੱਠੇ ਹੋਈ ਜਾਂਦੇ ਆ ਜਿਵੇਂ ਮੁੱਛ ਤੋਂ ਫੜੇ ਹੁੰਦੇ ਆ, ਅਤੇ ਡਿੱਗਦੇ ਡਿੱਗਦੇ ਜੀ ਅੱਗੇ ਨੂੰ ਆ ਰਹੇ ਆ। ਸਾਰੇ ਭਾਈ ਬਾਲਾ ਜੀ ਕੋਲ ਇਕੱਠੇ ਕਰਤੇ। ਕਹਿੰਦੇ ਬਾਬਾ ਜੀ ਕਹਿੰਦੇ ਹੁਣ ਮੈਂ ਲੁਕਦਾ ਅਤੇ ਤੁਸੀਂ ਲੱਭੋ। ਅਤੇ ਧੰਨ ਗੁਰੂ ਨਾਨਕ ਨੇ ਪੰਜੇ ਤਾਤੀ ਖੰਡਿਆ ਦਿੱਤੇ। ਪਾਣੀ ਪਾਣੀ 'ਚ ਮਿਲਾਤਾ, ਮਿੱਟੀ ਮਿੱਟੀ 'ਚ ਮਿਲਾਤੀ, ਆਕਾਸ਼ ਆਕਾਸ਼ 'ਚ ਮਿਲਾਤਾ, ਜੋਤ ਵਿੱਚ ਜੋਤ ਮਿਲਾਤੀ। ਜ਼ੋਰ ਲਾ ਲਿਆ ਲੁਕਣ ਤੋਂ ਪਹਿਲਾਂ। ਬਾਬਾ ਜੀ ਕਹਿੰਦੇ ਜੇ ਨਾ ਲੱਭਿਆ ਨਾ ਤਾਂ ਭਾਈ ਬਾਲੇ ਕੋਲੇ 1 ਰੁਪਈਆ ਰੱਖ ਕੇ ਮੱਥਾ ਟੇਕ ਕੇ ਭਿਆਂ ਕਰ ਦਿਓ ਵੀ ਸਾਨੂੰ ਨਹੀਂ ਲੱਭਦਾ, ਆਪੇ ਆ ਜਾ, ਕਹੋ ਸਤਿਨਾਮ, ਫਿਰ ਮੈਂ ਆ ਜਾਊਂਗਾ। ਅਤੇ ਗੁਰੂ ਪਿਆਰੇ ਉੱਦਾਂ ਹੀ ਕੀਤਾ ਜੋਗੀਆਂ ਨੇ। ਫਿਰ ਜੋ ਨਾ ਲੱਭਿਆ ਬਾਬਾ, ਹੁਣ ਪਾਣੀ 'ਚੋਂ ਪਾਣੀ ਮਿਲਦਾ, ਮਿੱਟੀ 'ਚੋਂ ਮਿੱਟੀ ਮਿਲਦੀ ਹੈ, ਪੰਜੇ ਤੱਤ ਇਕੱਠੇ ਨਹੀਂ ਰਹਿ ਗਏ। ਅਖੀਰ ਕਹਿੰਦੇ ਉਹਨਾਂ ਨੇ ਹਾਰ ਮੰਨੀ, 1 ਟਕਾ ਰੁਪਈਆ ਰੱਖ ਕੇ ਕਹਿੰਦੇ ਮਹਾਰਾਜ ਆਪ ਹੀ ਆ ਜਾਓ, ਸਾਨੂੰ ਨਹੀਂ ਲੱਭਦੇ। ਅਤੇ ਪਾਤਸ਼ਾਹ ਉੱਥੇ ਹੀ ਪ੍ਰਗਟ ਹੋ ਗਏ ਜਿੱਥੇ ਭਾਈ ਬਾਲਾ ਜੀ ਬੈਠੇ ਆ। ਕਹੋ ਸਤਿਨਾਮ। ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਦਾ ਇਹ ਕੌਤਕ ਹੈ, ਕਿਉਂਕਿ ਜਦੋਂ ਅਗਲੇ ਗੁਰੂ ਨੂੰ ਗੱਦੀ ਦੇਤੀ ਅਤੇ ਪਹਿਲਾ ਗੁਰੂ ਫਿਰ ਸੰਸਾਰ ਵਿੱਚ ਸੰਗਤ ਦੇ ਸਾਹਮਣੇ ਨਹੀਂ ਰਿਹਾ, ਅਲੋਪ ਹੋ ਗਿਆ। ਬਾਬੇ ਨਾਨਕ ਨੇ ਗੱਦੀ ਦੇਤੀ ਅੰਗਦ ਦੇਵ ਜੀ ਨੂੰ। ਅੰਗਦ ਦੇਵ ਕਿਹਾ ਜਾ ਪੁੱਤਰਾ ਹੁਣ ਤੋਂ ਖਡੂਰ ਸਾਹਿਬ ਜਾ, ਅਤੇ ਮਹਾਰਾਜ ਆਖਰੀ ਸਮੇਂ ਆ ਜਾ। ਕਹਿੰਦੇ ਤੂੰ ਨਹੀਂ ਆਉਣਾ, ਮੈਂ ਤੇਰੇ ਕੋਲੇ ਆ ਜਾਊਂਗਾ। ਕਹੋ ਸਤਿਨਾਮ। ਤੂੰ ਜਾ, ਤੂੰ ਇੱਥੇ ਮੇਰੇ ਕੋਲ ਨਹੀਂ ਆਉਣਾ ਕਰਤਾਰਪੁਰ 'ਚ, ਹੁਣ ਮੈਂ ਇੱਥੋਂ ਤੇਰੇ ਕੋਲੇ ਆਊਂਗਾ। ਉੱਥੇ ਸਰੀਰ ਤਿਆਗ ਗਿਆ, ਜੋਤ ਦੂਜੇ ਗੁਰੂ ਵਿੱਚ ਜਾ ਸਮਾਈ ਆ। ਕਹੋ ਸਤਿਨਾਮ। ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਸਾਡੇ ਵਸਤਰ ਤਿਆਰ ਹੋ ਗਏ। ਕਹਿੰਦੇ ਹਾਂ ਮਹਾਰਾਜ ਦਰਜੀ ਲਾਏ ਹੋਏ ਆ, ਤੜਕੇ ਤੱਕ ਹੋ ਜਾਣਗੇ ਸਾਰੇ। ਯਾਦਿਕ ਸਭ ਵਸਤ ਬਤਾਈ, ਦੀਪ ਮਾਲ ਜੈ ਕਹਿ ਕਰਵਾਈ। ਔਰ ਬਹੁਤ ਸਾਰਾ ਘਾਹ ਮੰਗਾਇਆ, ਹਰਾ ਹਰਾ ਤਿਲ, ਜਿਉਂ, ਦੇਸੀ ਘਿਓ ਆਦਿ ਬਹੁਤ ਸਾਰਾ ਮੰਗਵਾਇਆ, ਜਿਹੜਾ ਕਿ ਉਹਦੇ ਵਿੱਚ ਪਾਇਆ ਜਾਂਦਾ, ਜੋ ਅੱਗ ਨੂੰ ਮੱਚਣ ਵਿੱਚ ਮਦਦ ਕਰਦਾ, ਅੱਗ ਨੂੰ ਤੇਜ਼ ਕਰਦਾ। ਇਹ ਚੀਜ਼ਾਂ ਸਾਰੀਆਂ ਅੱਗ ਵਿੱਚ ਪਾਉਣ ਵਾਸਤੇ ਹੁੰਦੀਆਂ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਹੋਰੀ ਜਿਹੜੇ ਸਿੰਘ ਹੈ ਪਾਤਸ਼ਾਹ ਜੀ ਦੇ ਨਾਲ, ਕਹਿੰਦੇ ਮਹਾਰਾਜ ਸਾਰਾ ਸਮਾਨ ਇਕੱਠਾ ਕਰ ਲਿਆ ਹੈ ਜੀ। ਔਰ ਪਰ ਘਰ ਘਰ ਪਰ ਧਰ, ਕਰਿਓ ਪ੍ਰਕਾਸ਼ ਤਿਮਰ ਕੋ ਪਰ ਹਰ। ਔਰ ਪਾਤਸ਼ਾਹ ਕਹਿੰਦੇ ਹੁਣ ਇੱਦਾਂ ਕਰੋ, ਸਾਰੇ ਨੰਦੇੜ ਸਾਹਿਬ ਦੇ ਘਰਾਂ ਵਿੱਚ ਹੁਕਮ ਦੇ ਦਿਓ ਵੀ ਸਾਰੇ ਦੀਵਾਲੀ ਕਰੋ, ਆਪਣੇ ਘਰਾਂ ਦੇ ਉੱਤੇ ਦੀਪਮਾਲਾ ਕਰੋ, ਦੀਵੇ ਜਗਾਓ, ਜਗਮਗ ਕਰ ਦਿਓ ਸਾਰੇ ਨਗਰ ਨੂੰ। ਜੈ ਕਹਿ ਗੁਰਬਾਣੀ ਕੋ ਜਪੈ, ਪ੍ਰੇਮ ਪਰਮੇਸ਼ਰ ਕੇ ਮਨ ਰਪੈ। ਪੌਰ 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 ਹੁੰਦੀ ਹੈ ਡਿਉੜੀ ਗੇਟ, ਦਰਵਾਜ਼ਾ ਜੋ ਮੇਨ ਗੇਟ ਹੈ ਸਾਡੇ ਘਰ ਦਾ, ਪੌਰ ਉਹਨੂੰ ਕਹਿੰਦੇ ਆ। ਕਹਿੰਦੇ ਘਰ ਘਰ ਦੇ ਵਿੱਚ ਦੀਵੇ ਜਗਾਏ ਜਾਣ। ਜਗਾਏ ਸੰਗਤਾਂ ਨੇ, ਸਾਰੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੇ ਵਿੱਚ ਸੰਗਤਾਂ ਨੇ ਦੀਵੇ ਜਗਾਏ। ਦੀਵਾਲੀ ਦੀ ਤਰ੍ਹਾਂ ਗੁਰੂ ਪਿਆਰਿਓ ਸਾਰਾ ਹਨੇਰਾ ਦੂਰ ਕਰ ਦਿੱਤਾ ਹੈ। ਜਹ ਕਹਿ ਗੁਰਬਾਣੀ ਕੋ ਜਪੈ, ਤੇ ਸਾਰੇ ਜਾਪ ਕਰੋ, ਵਿਰਾਗ ਨਹੀਂ ਕਰਨਾ, ਰੋਣਾ ਨਹੀਂ। ਜਿੱਥੇ ਕਿੱਥੇ ਬੈਠੇ ਹੋ ਉੱਥੇ ਬਾਣੀ ਪੜੋ, ਪਰਮੇਸ਼ਰ ਕੇ ਨਾਲ ਮਨ ਰਪੈ, ਮਨ ਨੂੰ ਪਰਮੇਸ਼ਰ ਨਾਲ ਜੋੜ ਲਓ। ਤੇਰੇ ਇਕੰਤ ਆਪ ਭਗਵੰਤ, ਮਿਲੇ ਪੁੰਜ ਸਿੱਖ ਸੰਤ ਮਹੰਤ। ਔਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਇਕਾਂਤ ਵਿੱਚ ਛੱਡ ਦਿਓ ਥੋੜ੍ਹੇ ਸਮੇਂ ਦੇ ਲਈ, ਮੈਂ ਇਕਾਂਤ ਚਾਹੁੰਦਾ ਹਾਂ। ਔਰ ਸਤਿਗੁਰੂ ਪਾਤਸ਼ਾਹ ਜੀ ਇਕਾਂਤ ਵਿੱਚ ਬੈਠ ਗਏ ਹਨ। ਉਹਨਾਂ ਦੀਆਂ ਪਰਮੇਸ਼ਰ ਨਾਲ ਸਿੱਧੀਆਂ ਗੱਲਾਂ।
ਔਰ ਸੰਤ ਮਹੰਤ ਔਰ ਸਿੰਘ ਸੰਗਤਾਂ ਇੱਕ ਪਾਸੇ ਇਕੱਠੀਆਂ ਹੋਈਆਂ ਬੈਠੀਆਂ। ਦੁਰਲਭ ਦਰਸ਼ਨ ਕਰ ਲਿਓ ਅਬੈ, ਕਹਿ ਆਪਸ ਮੈਂ ਪਹੁੰਚੇ ਸਬੈ। ਔਰ ਸਾਰੇ ਗੱਲਾਂ ਕਰਦੇ ਹੋਏ ਇਹ ਦਰਸ਼ਨ ਹੁਣ ਨਹੀਂ ਹੋਣੇ ਸਾਨੂੰ, ਇਹ ਦੁਰਲਭ ਦਰਸ਼ਨ ਮੇਰੇ ਪ੍ਰੀਤਮ ਨੇ। ਐ ਸੁੰਦਰ ਸਰੂਪ ਸਤਿਗੁਰਾਂ ਦਾ ਫਿਰ ਕਦੋਂ ਦੇਖਾਂਗੇ? ਇਹ ਦੁਰਲਭ ਦਰਸ਼ਨ ਹੈ, ਇਹ ਦਰਸ਼ਨ ਦੁਬਾਰਾ ਨਹੀਂ ਹੋਣੇ। ਹੁਣ ਕਰ ਲਓ। ਇਹੋ ਗੱਲਾਂ ਕਰਦੇ ਹੋਏ ਸਾਰੇ ਸਤਿਗੁਰਾਂ ਦੇ ਆਖਰੀ ਦਰਸ਼ਨ ਕਰਦੇ ਹਨ। ਰਾਤ ਬਿਤਾਏ ਜਾਗਰਣ ਕਰਕੇ, ਸਤਿਗੁਰ ਕੇ ਗੁਣ ਸਿਮਰ ਸਿਮਰ ਕੇ। ਔਰ ਸਾਰੀ ਰਾਤ ਅੱਜ ਸੰਗਤਾਂ ਨੇ ਜਾਗ ਕੇ ਬਤੀਤ ਕੀਤੀ ਹੈ। ਸੌਣਾ ਤਾਂ ਰੋਜ਼ ਹੀ ਹੈ, ਪਰ ਆਹ ਸਮਾਂ ਫੇਰ ਨਹੀਂ ਮਿਲਣਾ ਪ੍ਰੀਤਮ ਦੇ ਦਰਸ਼ਨਾਂ ਦਾ, ਪ੍ਰੀਤਮ ਦੀਆਂ ਵਿਚਾਰਾਂ ਦਾ, ਉਹਨਾਂ ਦੇ ਉਪਦੇਸ਼ਾਂ ਦਾ, ਉਹਨਾਂ ਦੀਆਂ ਆਖਰੀ ਗੱਲਾਂ ਬਾਤਾਂ ਦਾ। ਆ ਜਦੋਂ ਰਾਵਣ ਵੀ ਕਹਿੰਦੇ ਮਰਿਆ ਸੀ ਨਾ, ਤੇ ਰਾਮਚੰਦਰ ਲਛਮਣ ਨੂੰ ਕਹਿੰਦਾ ਜਾ ਓਏ, ਇਹ ਗਿਆਨੀ ਸੀ, ਵਿਦਾਂਤੀ ਸੀ ਵੇਦਾਂ ਦਾ, ਕੋਈ ਇਹਦੇ ਕੋਲੋਂ ਕੰਮ ਦੀ ਗੱਲ ਪੁੱਛਿਆ, ਜਾਂਦਾ ਜਾਂਦਾ ਦੱਸ ਦੂਗਾ। ਤੇ ਕਹਿੰਦੇ ਲਛਮਣ ਹੋਰੀ ਗਏ, ਰਾਵਣ ਆਖਰੀ ਸਾਹਾਂ ਤੇ ਆ। ਕਹਿੰਦੇ ਮਹਾਰਾਜ ਤੁਸੀਂ ਚੰਗੇ ਵੇਦਾਂ ਦੇ ਵਿਦਾਂਤੀ ਹੋ, ਕੋਈ ਸਾਨੂੰ ਜਾਂਦੇ ਜਾਂਦੇ ਕੰਮ ਦੀ ਗੱਲ ਹੀ ਦੱਸ ਦਿਓ। ਕਹਿੰਦੇ ਇੱਕੋ ਹੀ ਕੰਮ ਦੀ ਗੱਲ ਹੈ, ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡਿਓ। ਕਹੋ ਸਤਿਨਾਮ। ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡਿਓ। ਕਹਿੰਦੇ ਮੈਂ ਘੌਲ ਕਰ ਗਿਆ, ਬਾਕੀ ਸਾਰੇ ਮੈਂ ਕੈਦ ਕਰ ਲਏ ਸੀ, ਸਾਰੇ ਦੇਵਤੇ ਆਪਣੇ ਕਾਬੂ 'ਚ ਕਰ ਲਏ ਸੀ, ਆਪਣਾ ਹੁਕਮ ਚਲਾ ਲਿਆ ਸੀਗਾ, ਪਰ ਇੱਕ ਮੌਤ ਤੇ ਹੁਕਮ ਨਹੀਂ ਚਲਾ ਸਕਿਆ। ਮੈਂ ਕਾਲ ਨੂੰ ਪਾਵੇ ਨਾਲ ਬੰਨ੍ਹ ਲਿਆ ਸੀ ਵੀ ਚੱਲ ਇਹਨੂੰ ਮਾਰ ਦਿਆਂਗਾ, ਪਰ ਮੈਂ ਅੱਜ ਕੱਲ੍ਹ ਕਰਦੇ ਆਪ ਮਰ ਗਿਆ। ਕਹੋ ਸਤਿਨਾਮ। ਅਸਲ ਦੇ ਵਿੱਚ ਮਰਨਾ ਹੀ ਹੋਣੀ ਸੀਗਾ। ਕਾਲ ਨੂੰ ਕੌਣ ਮਾਰ ਸਕਦਾ? ਕਾਲ ਦੇ ਉੱਤੇ ਮਹਾਕਾਲ ਹੈ, ਪਰਮੇਸ਼ਰ ਹੈ। ਮਹਾਕਾਲ ਰਖਵਾਰ ਹਮਾਰੋ, ਖੜ ਕੇ ਤਾਂ ਸਰਨ ਤਿਹਾਰੀ। ਜੰਗ ਦੇ ਮੈਦਾਨ ਵਿੱਚ ਜਦੋਂ ਪਰਮੇਸ਼ਰ ਨੇ ਕਿਸੇ ਨੂੰ ਨਹੀਂ ਮਾਰਨਾ ਤਾਂ ਉਹਨਾਂ ਚਲੋ ਰਕਸ਼ਾ ਕਰਦਾ, ਜਦੋਂ ਮਾਰਨਾ ਤੇ ਫਿਰ ਉਸ ਨੂੰ ਮਾਰ ਹੀ ਲੈਣਾ। ਕਹੋ ਸਤਿਨਾਮ। ਮਨੋਬਿਰਤੀਆਂ ਉੱਥੇ ਰੱਖੀਏ। ਇਹ ਆਖਰੀ ਬਚਨ ਜਿਹੜੇ ਮੇਰੇ ਪ੍ਰੀਤਮ ਦੇ ਹਨ ਉਸ ਵੇਲੇ ਕੀਤੇ ਗਏ, ਜੋ ਆਪਾਂ ਹੁਣ ਸਾਂਝੇ ਕਰ ਰਹੇ ਹਾਂ। ਸਿੱਖ ਸੰਗਤਾਂ ਕਹਿੰਦੀਆਂ ਅੱਜ ਸੌਣਾ ਨਹੀਂ। ਜਾਮ ਰਹੇ ਜਬ ਸੋਚ ਸੁਨਾਨੇ, ਸ਼੍ਰੀ ਪ੍ਰਭ ਕਰ ਕੇ ਲਾਇਸ ਧਿਆਨੇ। ਤੋ ਪਹਿਰ ਰਾਤ ਰਹਿੰਦੀ, ਭਾਵ ਅੰਮ੍ਰਿਤ ਵੇਲਾ ਤੜਕੇ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ। ਅੰਮ੍ਰਿਤ ਵੇਲਾ ਜਿਹਨੂੰ ਅਸੀਂ ਕਹਿੰਦੇ ਹਾਂ, 3 ਘੰਟੇ ਦਿਨ ਚੜ੍ਹਨ ਤੋਂ ਪਹਿਲਾਂ ਮੇਰੇ ਪ੍ਰੀਤਮ ਜੀ ਉੱਠੇ ਔਰ ਆਪਣੇ ਨਿਜ ਸਰੂਪ ਨਾਲ ਜੁੜ ਗਏ। ਇਹ ਨਿਜ ਸਰੂਪ ਦਾ ਧਿਆਨ ਬੜਾ ਤਕੜਾ ਹੈ। ਸਿੱਖ ਨੂੰ ਇਹ ਹੁਕਮ ਦਿੱਤਾ ਸੀਗਾ, ਪਰ ਸਿੱਖ ਨੇ ਚੀਜ਼ ਨੂੰ ਸਮਝਿਆ ਨਹੀਂ। ਗੁਰੂ ਪਿਆਰਿਓ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ। ਸਾਡਾ ਟਾਈਮ ਟੇਬਲ ਬਣਾਇਆ ਹੋਇਆ ਨਿਤਨੇਮ ਦਾ ਬਾਣੀ ਵਿੱਚ, ਪਰ ਅਸੀਂ ਸਮਝਿਆ ਨਹੀਂ ਇਸ ਨੂੰ। ਸਾਰੇ ਹੀ ਗੁਰੂ ਅੰਮ੍ਰਿਤ ਵੇਲੇ ਉੱਠ ਕੇ ਨਿਜ ਸਰੂਪ ਨਾਲ ਜੁੜ ਜਾਂਦੇ। ਸਤਿਗੁਰੂ ਅੰਗਦ ਦੇ ਮਹਾਰਾਜ ਜੀ ਵੀ ਨਿਜ ਸਰੂਪ ਨਾਲ ਅੰਮ੍ਰਿਤ ਵੇਲੇ ਜੁੜਦੇ ਆ। ਔਰ ਜਿਹੜੇ ਦੁਖੀਏ ਲੋੜਵੰਦ ਹੁੰਦੇ ਨਾ ਲੋਕ, ਉਹ ਰਾਤ ਨੂੰ ਆ ਕੇ ਸਤਿਗੁਰਾਂ ਦੀ ਡਿਊਟੀ ਤੇ ਬੈਠ ਜਾਂਦੇ। ਤੇ ਜਦੋਂ ਸਤਿਗੁਰੂ ਨਿਜ ਸਰੂਪ 'ਚੋਂ ਬਾਹਰ ਨਿਕਲਣਗੇ, ਜਦੋਂ ਧਿਆਨ ਖੋਲ੍ਹ ਕੇ ਸਾਡੇ ਉੱਤੇ ਨਿਗਾਹ ਮਾਰਨਗੇ, ਸਾਡੇ ਦੁੱਖਾਂ ਦਾ ਖਾਤਮਾ ਹੋ ਜਾਊਗਾ। ਇੱਦਾਂ ਹੀ ਹੁੰਦਾ ਸੀਗਾ। ਤੇ ਗੁਰੂ ਪਿਆਰਿਓ, ਉਸ ਵੇਲੇ ਸੰਗਤਾਂ ਕਿੰਨੀਆਂ ਹੀ ਬਾਹਰ ਆ ਕੇ ਬਹਿ ਜਾਂਦੀਆਂ। ਤੇ ਗੁਰੂ ਸਾਹਿਬ ਵੀ ਜਾਣਦੇ ਸੀਗੇ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਦੇ ਵਿੱਚੋਂ ਉੱਠ ਕੇ ਬਾਹਰ ਨਿਕਲਦੇ, ਜਿਨ੍ਹਾਂ ਜਿਨ੍ਹਾਂ 'ਤੇ ਉਹਨਾਂ ਦੀ ਨਿਗਾਹ ਪੈਂਦੀ, ਸਾਰਿਆਂ ਦੀਆਂ ਬਿਮਾਰੀਆਂ, ਦੁੱਖ, ਦੂਰ ਦਲਿੱਦਰ ਸਭ ਕੱਟੇ ਜਾਂਦੇ। ਗੁਰੂ ਪਿਆਰਿਓ, ਤਾਂ ਮੇਰੇ ਪ੍ਰੀਤਮ ਜੀ ਤਾਂ ਫਿਰ ਆਪ ਵੀ ਜੁੜਦੇ ਆ ਤੇ ਹੋਰਨਾਂ ਨੂੰ ਵੀ ਜੋੜਦੇ ਆ। ਨਿਜ ਸਰੂਪ ਦੇ ਨਾਲ ਜੁੜ ਗਏ, ਅੰਮ੍ਰਿਤ ਵੇਲੇ ਉੱਠ ਕੇ ਧਿਆਨ ਦੇ ਵਿੱਚ ਚਲੇ ਗਏ ਜੀ। ਸਤ ਚੇਤਨ ਆਨੰਦ ਵਿਸਾਲਾ, ਨਿਜ ਸਰੂਪ ਮਨ ਤੇਰੇ ਕਿਰਪਾਲਾ। ਨਿਜ ਹੁੰਦਾ ਆਪਣਾ ਆਪ ਦਾ। ਨਿਜ ਦਾ ਮਤਲਬ ਹੈ ਆਪ ਦਾ, ਦੂਜੇ ਦੀ ਫੋਟੋ ਦਾ ਧਿਆਨ ਨਹੀਂ ਧਰਨਾ ਆਪਾਂ। ਇਸ ਬੜੀ ਕੀਮਤੀ ਗੱਲ ਹੈ ਗੁਰਬਾਣੀ ਦੇ ਵਿੱਚ। ਕੱਕਾ ਕਿਰਨ ਕਮਲ ਮੈਂ ਪਾਵਾ, ਬਾਣੀ ਪੜ੍ਹੋ ਜੋ ਗੁਰੂ ਪਿਆਰੋ 52 ਅੱਖਰੀ ਆ, ਉਹਦੇ ਵਿੱਚ ਕੱਕਾ ਕਿਰਨ ਕਮਲ ਮੈਂ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ। ਸੰਪਟ ਕੀ ਹੈ? ਬੰਧਨ। ਸੰਪਟ ਕਰਨਾ, ਗੁਰਮਤਿ ਵਿੱਚ ਸੰਪਟ ਕਰਨਾ। ਉਹ ਮੂਲ ਮੰਤਰ ਪਹਿਲਾਂ ਪੜ੍ਹਨਾ, ਫਿਰ ਇੱਕ ਸ਼ਬਦ ਪੜ੍ਹਨਾ, ਥੱਲੇ ਫੇਰ ਮੂਲ ਮੰਤਰ ਪੜ੍ਹ ਦੇਣਾ। ਇਹਨੂੰ ਸੰਪਟ ਕਹਿੰਦੇ। ਸੰਪਟ ਨੂੰ ਡੱਬਾ ਪੈਕਿੰਗ ਬੰਦ ਕਰ ਦੇਣਾ।
ਅਸੀਂ ਬੰਦ ਹਾਂ ਟੇਢੀਆਂ ਜੂਨਾਂ ਵਿੱਚ, ਜੰਮਣ ਮਨ ਚੱਕਰਾਂ 'ਚ, ਇੱਕ 'ਚੋਂ ਮਰੇ ਦੂਜੀ 'ਚ ਫਸ ਗਏ, ਦੂਜੀ 'ਚੋਂ ਮਰੇ ਤੀਜੀ 'ਚ ਫਸ ਗਏ। ਬਾਬਾ ਜੀ ਕਹਿੰਦੇ ਜੇ ਤੂੰ ਕੱਕਾ ਕਹਿੰਦਾ ਕਿਰਨ ਕਮਲ ਮੈਂ ਪਾਵਾ, ਅੱਖ ਦੀ ਕਿਰਨ ਨੂੰ ਕੱਢ ਕੇ ਆਪਣੇ ਅੰਦਰ ਲੈ ਜਾਵੇਂ। ਕਮਲ ਸਾਡਾ ਦਿਮਾਗ, ਸਹਿਸਰਾਰ ਪੰਖੜੀਆਂ ਦਾ ਕਮਲ। ਅਸੀਂ ਪਿੱਠ ਤੋਂ ਸ਼ੁਰੂ ਕਰੀਏ। ਸਾਡੀ ਰੀੜ੍ਹ ਦੇ ਵਿੱਚ ਇੱਕ ਗੁਰੂ ਪਿਆਰਿਓ ਬਰੀਕ ਨਾੜੀ ਆ, ਜਿਹਨੂੰ ਸੁਖਮਣਾ ਨਾੜੀ ਕਹਿੰਦੇ ਆ। ਉਹ ਸਾਡੇ ਸਾਰੇ ਹੀ ਇੰਸਟਰੂਮੈਂਟਾਂ ਨਾਲ ਜੁੜੀ ਹੋਈ ਹੈ। ਉਹ ਗੁਰਦਿਆਂ ਨਾਲ ਵੀ ਜੁੜੀ ਹੈ, ਪਿੱਤੇ ਨਾਲ ਵੀ ਜੁੜੀ ਹੈ, ਫੇਫੜਿਆਂ ਨਾਲ ਵੀ ਜੁੜੀ ਹੈ, ਧੌਣ ਨਾਲ ਵੀ ਜੁੜੀ ਹੈ। ਤੇ ਉਹ ਥੱਲਿਓਂ ਲੈ ਕੇ ਤੇ ਉੱਤੋਂ ਚੱਕ ਜਾਂਦੀ ਹੋਈ ਮੱਥੇ ਤੱਕ ਆਉਂਦੀ ਹੈ। ਤੇ ਇਧਰੋਂ ਦੋ ਨਾੜੀਆਂ ਸੁਖਮਣਾ ਤੇ ਏੜਾ ਪਿੰਗਲਾ ਔਰ ਸੁਖਮਣਾ। ਏੜਾ ਪਿੰਗਲਾ ਇੱਥੋਂ ਤਿੰਨੇ ਇੱਥੇ ਇਕੱਠੀਆਂ ਹੁੰਦੀਆਂ, ਔਰ ਇਹਨਾਂ ਤਿੰਨਾਂ ਨੂੰ ਇਕੱਠੀਆਂ ਜਿੱਥੇ ਹੁੰਦੀਆਂ ਇੱਥੇ ਪਰਾਗ ਤੀਰਥ ਬਣਦਾ, ਇੱਥੇ ਮਨ ਨੇ ਇਸ਼ਨਾਨ ਕਰਨਾ। ਏੜਾ ਪਿੰਗਲਾ ਔਰ ਸੁਖਮਣਾ ਤੀਨ ਵਸੈ ਇਕਠਾਈ, ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੇ ਤਥਾਈ, ਸੰਤੋ ਤਾਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਏ, ਤਾਹਾਂ ਨਿਰੰਜਨ ਰਮਈਆ ਹੋਏ। ਇਹ ਜਿਹੜੀ ਸੁਖਮਣਾ ਨਾੜੀ ਹੈ ਨਾ ਸਾਡੀ, ਗੁਰੂ ਪਿਆਰਿਓ, ਜਦੋਂ ਅਸੀਂ ਇਸ ਦੇ ਵਿੱਚ ਵੜ ਜਾਂਦੇ ਆ ਸੁਰਤ ਕਰਕੇ, ਇਹਦੇ ਵਿੱਚ ਅਸੀਂ ਕਿਵੇਂ ਵੜਨਾ? ਹੁਣ ਆਪਾਂ ਸਰੀਰ ਕਰਕੇ ਥੋੜ੍ਹਾ ਵੜਨਾ, ਆਪਾਂ ਤਾਂ ਵੇਖਣ ਵਾਲੇ ਅੱਖਾਂ ਵਿੱਚੋਂ, ਆਪਾਂ ਤਾਂ ਕਿਰਨਾ, ਆਪਾਂ ਵਾਢੀ ਥੋੜ੍ਹਾ ਹੀ ਆ। ਜਿਵੇਂ ਆਪਾਂ ਕੁੜਤਾ ਨਹੀਂ ਹੈਗੇ, ਇਵੇਂ ਆਪਾਂ ਹੱਥ ਪੈਰ ਵੀ ਨਹੀਂ ਹੈਗੇ। ਮੇਰਾ ਹੱਥ ਦੁਖਦਾ, ਮੇਰਾ ਸਿਰ ਦੁਖਦਾ, ਮੇਰਾ ਪੈਰ ਦੁਖਦਾ, ਕਦੇ ਕਿਹਾ ਮੈਂ ਦੁਖਦਾ? ਉਹ ਤਾਂ ਦੁਖਦਾ ਹੀ ਨਹੀਂਗਾ ਜਿਹੜਾ ਖੁਦ ਹੈ। ਫੀਲ ਕਰਕੇ ਦੱਸਦਾ ਵੀ ਮੇਰੇ ਸਰੀਰ ਦਾ ਆਹ ਅੰਗ ਦੁਖਦਾ ਹੈ, ਜਾਂ ਸੁਖੀ ਆ ਜਾਂ ਦੁਖੀ ਆ। ਤੋ ਆਪਾਂ ਕੱਕਾ ਕਿਰਨ ਕਮਲ ਮੈਂ ਪਾਵਾ, ਜਦੋਂ ਇਹ ਅੱਖਾਂ ਦੀ ਕਿਰਨ ਨੂੰ ਕੱਢ ਕੇ ਤੂੰ 10ਵੇਂ ਦੁਆਰ 'ਚ ਲੈ ਗਿਆ, ਸੱਸ ਵਿਗਾਸ, ਉੱਥੇ ਇੱਕ ਵਿਗਾਸ ਖੇੜਾ। ਨਾਨਕ ਭਗਤਾਂ ਸਦਾ ਵਿਗਾਸ, ਉੱਥੇ ਖੇੜਾ ਪੈਦਾ ਹੋਊਗਾ 10ਵੇਂ ਦੁਆਰ ਦੇ ਵਿੱਚ। ਸੰਪਟ ਨਹੀਂ ਆਵਾ, ਤੂੰ ਜੰਮਣ ਮਰਨ ਦੇ ਚੱਕਰ 'ਚੋਂ ਨਿਕਲ ਜਾਵੇਂਗਾ। ਸੱਸ ਹੁੰਦਾ ਚੰਦਰਮਾ, ਚੰਦਰਮਾ ਦੀ ਰੋਸ਼ਨੀ ਠੰਡੀ ਹੈ, ਸ਼ਾਂਤਮਈ ਹੈ, ਸੂਰਜ ਦੀ ਗਰਮ ਹੈ, ਇਸ ਕਰਕੇ ਇੱਥੇ ਚੰਦਰਮਾ ਲਿਖਿਆ। ਕਹੋ ਸਤਨਾਮ। ਸੱਸ ਵਿਗਾਸ ਸੰਪਟ ਨਹੀਂ ਆਵਾ। ਅੱਗੇ ਚੱਲੀਏ। ਮੇਰੇ ਪ੍ਰੀਤਮ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਇਕਾਂਤ ਵਿੱਚ ਨਿਜ ਸਰੂਪ ਨਾਲ ਜੁੜ ਗਏ ਜੀ। ਨਾਮ ਸਮ ਵਿਆਪਕ ਜੋ ਸਭ ਮਾਹੇ, ਅਸ ਪ੍ਰਮਾਤਮਾ ਬਿਨ ਕੋ ਨਾਹੀ। ਔਰ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਉਸ ਅਕਾਲ ਪੁਰਖ ਦੇ ਨਾਲ ਧਿਆਨ ਕਰਕੇ ਜੁੜ ਗਏ, ਜਿਹੜਾ ਆਕਾਸ਼ ਦੀ ਨਿਆਈ ਸਾਰੇ ਥਾਵਾਂ 'ਤੇ ਵਿਆਪਕ ਹੈ। ਜਿਵੇਂ ਉੱਪਰ ਆਕਾਸ਼ ਦਿਖਾਈ ਦਿੰਦਾ ਨਾ, ਹੈ ਤਾਂ ਵੈਸੇ ਹਵਾ ਦੀ ਤੈਂ ਇਹ, ਜਿਹਨੂੰ ਅਸੀਂ ਆਕਾਸ਼ ਕਹਿੰਦੇ ਹਾਂ, ਰੱਬ ਕਹਿੰਦੇ ਹਾਂ। ਇਹ ਸਾਰੀ ਹਵਾ ਸਾਨੂੰ ਇਕੱਠੀ ਹੋ ਕੇ ਦਿਸ ਰਹੀ ਹੈ ਪਰਤਾਂ ਦੇ ਨਾਲ, ਇਹਨੂੰ ਆਕਾਸ਼ ਕਹਿੰਦੇ ਆ। ਜਿਵੇਂ ਆਕਾਸ਼ ਫੈਲਿਆ ਹੋਇਆ, ਇਸੇ ਤਰ੍ਹਾਂ ਉਹ ਪਰਮੇਸ਼ਰ ਪਰਮਾਤਮਾ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ ਦੇ ਮਹਾਵਾਕ ਅਨੁਸਾਰ ਸਾਰਿਆਂ ਵਿੱਚ ਵਸਿਆ ਹੈ ਜੀ। ਭਵਿੱਖ ਗਨਾਨਾਸ ਪਰਨਾਮ, ਯੰਤੇ ਸਤ ਕਹਿਤ ਸਤ ਸਤਨਾਮ। ਸ਼ਰੂਤੀ ਕਹਿੰਦੇ ਆ ਵੇਦਾਂ ਦੇ ਜਿਹੜੇ ਹਨ ਅੱਗੇ ਪਾਲਟ, 4 ਵੇਦ, 6 ਸ਼ਾਸਤਰ, 27 ਸਿਮਰਤੀਆਂ। ਸਿਮਰ ਤੋਂ ਅੱਗੇ ਸ਼ਰੂਤੀਆਂ ਬਣਦੀਆਂ। ਕਹਿੰਦੇ ਜਿਹੜੇ ਕਿ ਪੁਰਾਣੇ ਵੇਦਾਂ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਜਿਹੜੇ ਪਰਮੇਸ਼ਰ ਦੀ ਗੱਲ ਮੈਂ ਕਰਨ ਲੱਗਿਆ ਤੁਹਾਡੇ ਨਾਲ ਸਾਂਝੀ, ਭੂਤ ਭਵਿੱਖ ਨਾ ਨਾਸ਼ ਪ੍ਰਣਾਮ, ਨਾ ਪਹਿਲਾਂ ਸੀ ਖਤਮ ਹੋਣ ਵਾਲਾ, ਉਹ ਅੱਜ ਵੀ ਹੈ ਤੇ ਕੱਲ੍ਹ ਨੂੰ ਵੀ ਹੈ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਨਾ ਪਹਿਲਾਂ ਖਤਮ ਹੋਇਆ, ਨਾ ਅੱਗੇ ਖਤਮ ਹੋਣ ਵਾਲਾ ਹੈ। ਜਾਂ ਤੇ ਸਤ ਉਹ ਸੱਚ ਹੈ, ਰਹਿਣ ਵਾਲਾ ਹੈ। ਕਹਿਤ ਸ਼ਰੂਤੀ ਨਾਮ, ਸਾਰੇ ਵੇਦਾਂ ਪੁਰਾਣਾ ਗ੍ਰੰਥਾਂ ਦੇ ਵਿੱਚ ਉਸ ਪਰਮੇਸ਼ਰ ਨੂੰ ਸਤ ਕਿਹਾ ਗਿਆ ਹੈ। ਮਾਇਆ ਜਗਤਾ ਵਿਦਿਆ ਜਿਸ ਬਹੀਨ ਜੜ ਸਹਿ ਨਿਖਾਦ। ਇਹ ਸੰਸਾਰ ਜਿਹੜਾ ਹੈ ਜੜ, ਇਹ ਜੜ ਹੈ, ਮਾਇਆ ਹੈ ਜਿਹੜੀ। ਆਪਾਂ ਸਾਰੇ ਮਾਇਆ ਤੋਂ ਬਣੇ ਆ, ਭਾਵ ਬਾਡੀਆਂ, ਇਹ ਬਾਡੀਆਂ ਮਾਇਆ ਤੋਂ ਬਣੀਆਂ। ਇਹ ਉਹਨਾਂ ਚਿਰ ਹੀ ਬੋਲਦੀਆਂ ਜਿੰਨਾ ਚਿਰ ਉਹ ਵਿੱਚ ਬੈਠਾ ਚੇਤਨ, ਤੇ ਜਦੋਂ ਵਿੱਚੋਂ ਨਿਕਲ ਗਿਆ ਫਿਰ ਇਹ ਜੜ ਹੈ। ਪਾਤਸ਼ਾਹ ਜੀ ਕਹਿੰਦੇ ਮਾਇਆ ਜਗਤ ਅਵਿਦਿਆ, ਇਹ ਸੰਸਾਰ ਜਿਹੜਾ ਹੈ ਅਗਿਆਨਤਾ 'ਚੋਂ ਬਣੀ ਮਾਇਆ ਤੋਂ ਬਣਿਆ ਹੈ, ਜਿਸ ਤੋਂ ਬਿਨਾਂ ਇਹ ਸਭ
ਵਿਖਾਦ ਦੁਖਦਾਈ ਹੈ, ਜੜ ਹੈ। ਮੇਰੇ ਭਏ ਤੇ ਦੇਹ ਜਤੀਤ, ਕਿਰਿਆ ਬਾਣ ਹੈ ਸਹਿਤ ਵਿਵੇਕ। ਜਦੋਂ ਚੇਤਨ ਇਹਦੇ ਨਾਲ ਮਿਲਦਾ ਫਿਰ ਇਹ ਬੋਲਦਾ, ਜਦੋਂ ਚੇਤਨ ਨਿਕਲ ਜਾਂਦਾ ਇਹ ਜੜ ਹੋ ਜਾਂਦਾ। ਚੇਤਨਾ ਹੀ ਇਹਦੇ ਵਿੱਚ ਆਉਂਦੀ ਹੈ ਜਦੋਂ ਬੱਚਾ ਮਾਂ ਦੇ ਉਦਰ ਵਿੱਚ ਹੁੰਦਾ ਹੈ, ਤੇ ਗੁਰੂ ਪਿਆਰਿਓ ਉਸ ਵੇਲੇ ਉਹ ਰੂਹ ਮਾਂ ਦੀ ਰੂਹ 'ਚ ਉਹਦੇ ਵਿੱਚ ਪ੍ਰਵੇਸ਼ ਕਰਦੀ ਆ। ਕਹੋ ਸਤਨਾਮ, ਫਿਰ ਇਹਦੇ ਅੰਗ ਪੈਰ ਬਣਨੇ ਸ਼ੁਰੂ ਹੁੰਦੇ ਆ, ਤੇ ਜਦੋਂ ਸਮਾਂ ਆਉਂਦਾ ਮੌਤ ਦਾ ਉਹ ਨਿਕਲ ਜਾਂਦਾ ਹੈ। ਗਿਆਨਤੇ ਚੇਤਨ ਨਾਮ ਬਤਾਵੇ, ਮਨ ਯਾਦਿਕ ਚੰਚਲ ਹੋਵੇ ਜਾਵੇ। ਅਸਲ ਵਿੱਚ ਚੇਤਨ ਹੈ ਜਿਹੜਾ, ਉਸ ਦੇ ਨਾਲ ਆਪਾਂ ਜੁੜਨਾ ਹੈ, ਚੇਤਨ ਦਾ ਹੀ ਨਾਮ ਲੈਣਾ ਹੈ ਜੋ ਸਾਡੇ ਅੰਦਰ ਚੇਤਨ ਹੈ, ਜਿਸ ਕਰਕੇ ਸਾਡਾ ਮਨ ਚੰਚਲ ਹੋਇਆ ਹੈ, ਜਿਸ ਕਰਕੇ ਕੰਨ ਸੁਣਦੇ ਹੈ, ਅੱਖਾਂ ਦੇਖਦੀਆਂ, ਜੀਭਾ ਬੋਲਦੀ ਹੈ। ਇਹ ਸਭ ਚੰਚਲਤਾਈ ਜੋ ਸਰੀਰ ਦੇ ਵਿੱਚ ਹੈ ਉਹ ਚੇਤਨਤਾ ਕਰਕੇ ਹੈ। ਜਿਸ ਵਿਹੀਨ ਦੁਖ ਸਗਰੇ ਹੇਰੀ, ਵਿਸ਼ਿਆ ਆਨੰਦ ਬੂੰਦ ਜਿਸ ਕੇਰੀ। ਜਿਸ ਤੋਂ ਬਗੈਰ ਜੀਵ ਦੁਖਦਾਈ ਹੈ, ਵਿਸ਼ੇ ਆਨੰਦ ਬੂੰਦ ਜਿਸ ਕੇਰੀ। ਜਿਸ ਦੀ ਇੱਕ ਕਿਤੇ ਬੂੰਦ ਵੀ ਮਿਲ ਜਾਵੇ ਨਾ ਉਹ ਆਨੰਦ ਦਾ ਘਰ ਹੈ। ਕਿਨਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਮਾਂ ਸਮਾਪਤੀ ਤੇ ਆ। ਸਤਿਗੁਰਾਂ ਦੇ ਰਹਿੰਦੇ ਉਪਦੇਸ਼ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਵਿਚਾਰਾਂ ਇੱਥੇ ਹੀ ਰੋਕਦੇ ਹਾਂ। ਆਓ ਸਮਾਪਤੀ ਕਰੀਏ ਆਖਰੀ ਪੰਕਤੀਆਂ ਪੜ੍ਹ ਕੇ। ਗਿਆਤੇ ਚੇਤਨ ਨਾਮ ਬਤਾਵੇ, ਮਨ ਯਾਦਿਕ ਚੰਚਲ ਹੋਇ ਜਾਵੇ। ਜਿਸ ਵਿਹੀਨ ਦੁਖ ਸਗਰੇ ਹੇਰੀ, ਵਿਸ਼ੇ ਆਨੰਦ ਬੂੰਦ ਜਿਸ ਕੇਰੀ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਗੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਬਨਹਾਰ। ਹੇ ਸੰਤ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਕੋਈ ਹੈ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦੀ।